ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। 27 ਸਾਲਾਂ ਤੋਂ ਬਾਅਦ ਵੀ ਗੁਜਰਾਤ ਦੇ ਲੋਕਾਂ ਵਿੱਚ ਕਿਸੇ ਕਿਸਮ ਦੀ ਐਂਟੀ ਇਨਕੰਬੈਂਸੀ ਵਾਲੀ ਕੋਈ ਭਾਵਨਾ ਨਹੀਂ ਹੋਵੇਗੀ। ਉਹਨਾਂ ਦੀਆਂ ਉਮੀਦਾਂ ਹਾਲੇ ਵੀ ਭਾਰਤੀ ਜਨਤਾ ਪਾਰਟੀ ਅਤੇ ਖਾਸ ਤੌਰ ਉੱਤੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਤੋਂ ਹੀ ਹੋਣਗੀਆਂ। ਇਸੇ ਲਈ ਤਾਂ ਉਹਨਾਂ ਨਾ ਕੇਵਲ ਇੱਕ ਵਾਰੀ ਫਿਰ ਭਾਰਤੀ ਜਨਤਾ ਪਾਰਟੀ ਨੂੰ ਜਿਤਾਇਆ ਬਲਕਿ ਇਹਨੂੰ ਰਿਕਾਰਡ ਤੋੜ ਵੋਟਾਂ, ਰਿਕਾਰਡ ਤੋੜ ਸੀਟਾਂ ਵੀ ਦਿੱਤੀਆਂ ਨੇ। ਹਿਮਾਚਲ ਦੀਆਂ ਪਹਾੜੀਆਂ ਤੋਂ ਜੇ ਕਾਂਗਰਸ ਲਈ ਕੋਈ ਠੰਡੀ ਹਵਾ ਦਾ ਬੁੱਲਾ ਆਇਆ ਵੀ ਹੈ ਤੇ ਫਿਰ ਜਿਹੜੀ ਗੁਜਰਾਤ ਵਾਲਿਆਂ ਨੇ ਪਾਰਟੀ ਨਾਲ ਕੀਤੀ ਹੈ ਨਾ, ਉਹਦੇ ਨਾਲ ਹਿਮਾਚਲ ਵਾਲੀ ਜਿੱਤ ਬੜੀ ਨਿਗੂਣੀ ਜੀ ਜਾਪਦੀ ਹੈ। ਦੋਹਾਂ ਸੂਬਿਆਂ ਵਿੱਚ ਵੈਸੇ ਬਿਲਕੁਲ ਵੱਖੋ ਵੱਖਰੇ ਢੰਗ ਨਾਲ ਚੋਣ ਲੜੀ ਗਈ ਹੈ। ਗੁਜਰਾਤ ਵਿੱਚ ਚਾਰੋਂ ਪਾਸੇ ਮੋਦੀ ਹੀ ਮੋਦੀ ਸੀ। ਕਿਸੇ ਨੇ ਪੁੱਛਿਆ ਮੁੱਖ ਮੰਤਰੀ ਬਾਰੇ, ਭਾਵੇਂ ਭਾਜਪਾ ਲਗਾਤਾਰ ਕਹਿ ਰਹੀ ਸੀ ਕਿ ਭੁਪਿੰਦਰ ਪਟੇਲ ਹੀ, ਉੱਥੇ ਭੁਪਿੰਦਰ ਭਾਈ ਪਟੇਲ ਹੀ ਦੁਬਾਰਾ ਅਗਲੇ ਮੁੱਖ ਮੰਤਰੀ ਹੋਣਗੇ। ਉਧਰ ਹਿਮਾਚਲ ਵਿੱਚ ਜੈਰਾਮ ਠਾਕੁਰ ਬਾਰੇ ਕੋਈ ਸ਼ੱਕ ਨਹੀਂ ਸੀ ਭਈ ਇਹੋ ਹੀ ਮੁੱਖ ਮੰਤਰੀ ਹੋਣਗੇ ਭਾਜਪਾ ਦੇ ਜੇ ਜਿੱਤ ਜਾਵੇ। ਪਰ ਲੋਕਾਂ ਉਸ ਕਾਂਗਰਸ ਨੂੰ ਵੋਟ ਦੇ ਛੱਡੀ ਜਿਸ ਨੂੰ ਚੋਣ ਜਿੱਤਣ ਤੋਂ ਬਾਅਦ ਵੀ ਨਹੀਂ ਸੀ ਪਤਾ ਕਿ ਉਹਦਾ ਮੁੱਖ ਮੰਤਰੀ ਕੌਣ ਹੋਵੇਗਾ। ਜਿਹੜਾ ਰਫੜ ਬਾਅਦ ਵਿੱਚ ਪਿਆ ਉਹ ਤੇ ਤੁਸੀਂ ਵੇਖ ਹੀ ਲਿਆ। ਹੁਣ ਇਹਨਾਂ ਨਤੀਜਿਆਂ ਨੂੰ ਕਿਵੇਂ ਸਮਝੀਏ? ਭਈ ਗੁਜਰਾਤ ਵਾਲਿਆਂ ਨੂੰ ਪੱਕਾ ਪਤਾ ਹੈ ਕਿ ਡਬਲ ਇੰਜਨ ਸਰਕਾਰ ਨਾਲ ਹੀ ਤਰੱਕੀ ਹੁੰਦੀ ਹੈ ਤੇ ਹਿਮਾਚਲ ਵਾਲਿਆਂ ਨੂੰ ਉਹਨਾਂ ਨੇ ਚਿੱਠੀ ਨਹੀਂ ਪਾਈ। ਹਿਮਾਚਲ ਵਾਲੇ ਐਸੀ ਗੱਡੀ ਵਿੱਚ ਕਿਉਂ ਚੜ੍ਹ ਰਹੇ ਨੇ ਜਿਹਦਾ ਇੱਕ ਇੰਜਨ ਵੀ ਠੀਕ ਤਰੀਕੇ ਨਾਲ ਨਹੀਂ ਚੱਲ ਰਿਹਾ। ਉਧਰ ਆਮ ਆਦਮੀ ਪਾਰਟੀ ਦੀ ਵੀ ਸੁਣਿਆ ਕੋਈ ਜਿੱਤ ਹੋ ਗਈ ਹੈ। ਗੁਜਰਾਤ ਵਾਲਿਆਂ ਨੂੰ ਉਹਨਾਂ ਜਾ ਦੱਸਿਆ ਸੀ ਕਿ ਅਸਾਂ ਸਰਕਾਰ ਬਣਾਉਣੀ ਹੈ, ਇਹ ਲੋ ਸਾਡੀਆਂ ਲਿਖਤੀ ਗਰੰਟੀਆਂ। ਫਿਰ 5 ਸੀਟਾਂ ਤੇ 13% ਵੋਟਾਂ ਲੈ ਕੇ ਕਹਿੰਦੇ ਜੀ ਗਰੰਟੀਆਂ ਅਸੀਂ ਤੇ ਮਾਰਨੀਆਂ ਸੀ ਸਿਰਫ ਐਂਟਰੀਆਂ, ਤੇ ਹੁਣ ਅਸੀਂ ਬਣ ਗਏ ਹਾਂ ਨੈਸ਼ਨਲ ਪਾਰਟੀ, ਰਾਸ਼ਟਰੀ ਪਾਰਟੀ। ਨਾਲੇ ਦਿੱਲੀ ਦੀ ਮਿਊਨਿਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਵੀ ਤੇ ਜਿੱਤ ਲਈ ਆ ਹੁਣ ਆਪਨੇ। ਤਾਂ ਫਿਰ ਪੰਜਾਬ ਦੀ ਸਿਆਸਤ ਉੱਤੇ ਕੀ ਫਰਕ ਪਵੇਗਾ? ਪੰਜਾਬ ਵਿੱਚ ਕਿੱਥੋਂ ਆ ਜਾਂਦਾ? ਸਾਰੀ ਪੰਜਾਬ ਸਰਕਾਰ ਗੁਜਰਾਤ ਗਈ ਹੋਈ ਸੀ, ਜਿਵੇਂ ਦਿੱਲੀ ਸਰਕਾਰ ਗੁਜਰਾਤ ਵਿੱਚ, ਇੱਥੇ ਪੰਜਾਬ ਵਿੱਚ ਹੀ ਰਹਿੰਦੀ ਹੈ, ਪੰਜਾਬ ਉੱਤੇ ਰਾਜ ਕਰਦੀ ਹੈ। ਪੰਜਾਬ ਦਾ ਹੁਣ ਦੇਸ਼ ਦੀ ਰਾਜਨੀਤੀ ਨਾਲ ਨਵੀਂ ਕਿਸਮ ਦਾ ਸੰਵਾਦ ਸ਼ੁਰੂ ਹੋਇਆ। ਇੱਕ ਗੱਲ ਮਹੱਤਵਪੂਰਨ ਹੋਰ ਕਰਨੀ ਹੈ ਕਿ ਭਾਈ ਕੀ ਬਣੂ ਕਾਂਗਰਸ ਦਾ ਹੁਣ ਇਸ ਤੋਂ ਬਾਅਦ। ਉਹ ਭਾਰਤ ਜੋੜ ਕੇ ਜਿਸ ਦਿਨ ਵਿਹਲਾ ਹੋ ਗਿਆ ਰਾਜਕੁਮਾਰ, ਫਿਰ ਉਸਨੇ ਕੀ ਕਰਨਾ ਅਤੇ ਵੱਡੀਆਂ ਚੁਣਾਵੀ ਲੜਾਈਆਂ ਤੋਂ ਪਾਸੇ ਰਹਿ ਕੇ ਭਾਰਤ ਜੋੜਨ ਵਾਲੀ ਰਾਜਨੀਤੀ ਕਿੰਨੀ ਕੁ ਕਾਰਗਰ ਰਹੇਗੀ? ਇਸ ਸਭ ਬਾਰੇ ਗੱਲ ਕਰਨ ਲਈ ਅੱਜ ਸਾਡੇ ਨਾਲ ਜੁੜ ਰਹੇ ਨੇ ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਜੀ। ਪੋਲੀਟੀਕਲ ਸਾਇੰਟਿਸਟ ਨੇ, ਇਲੈਕਸ਼ਨਾਂ ਦੀਆਂ ਗਿਣਤੀਆਂ ਮਿਣਤੀਆਂ ਨੂੰ ਬੜੇ ਧਿਆਨ ਨਾਲ ਸਮਝਦੇ ਨੇ। ਕਿਹੜੀ ਪਾਰਟੀ ਕਿਹੜੇ ਧਰਮ ਦੀਆਂ, ਕਿਹੜੀ ਜਾਤ ਦੀਆਂ ਤੇ ਕਿਹੜੇ ਖਿੱਤੇ ਦੀਆਂ ਕਿੰਨੀਆਂ ਵੋਟਾਂ ਕਿਹੜੇ ਢੰਗ ਤਰੀਕਿਆਂ ਨਾਲ ਲੈਂਦੀ ਹੈ, ਇਹਨਾਂ ਸਾਰੇ ਲਘੁੱਤਮ ਮਹੱਤਵ ਨੂੰ ਬੜੀ ਨੇੜਿਓਂ ਨਜਿੱਠਦੇ ਨੇ। ਸਾਡੇ ਨਾਲ ਜੁੜ ਰਹੇ ਨੇ ਸਰਦਾਰ ਹਮੀਰ ਸਿੰਘ ਜੀ, ਬਹੁਤ ਹੀ ਸੀਨੀਅਰ ਪੱਤਰਕਾਰ। ਗ੍ਰਾਸ ਰੂਟ ਲੈਵਲ ਦੇ ਉੱਤੇ ਇਲੈਕਸ਼ਨਾਂ ਤੇ ਲੋਕਾਂ ਦਾ ਸੰਵਾਦ ਕਿਵੇਂ ਦਾ ਹੁੰਦਾ ਹੈ ਤੇ ਫਿਰ ਜੇਤੂ ਪਾਰਟੀਆਂ ਦਾ ਦੇਸ਼ ਦੀ ਰਾਜਨੀਤੀ ਦੇ ਨਾਲ ਰਾਬਤਾ ਕਿਸ ਕਿਸਮ ਨਾਲ ਬੈਠਦਾ ਹੈ, ਇਹ ਸਭ ਨੂੰ ਬੜੀ ਨੇੜਿਓਂ ਨਜਿੱਠਦੇ ਨੇ। ਹਮੀਰ ਸਿੰਘ ਜੀ, ਪੰਜਾਬ ਗੁਜਰਾਤ ਬਾਰੇ ਕਿਉਂ ਇੰਟਰਸਟਿਡ ਹੋਵੇ, ਪੰਜਾਬ ਹਿਮਾਚਲ ਦੇ ਰਿਜ਼ਲਟਸ ਤੋਂ ਕਿਉਂ ਇੰਟਰਸਟਿਡ ਹੋਵੇ? ਇੱਕ ਤਾਂ ਗੱਲ ਇਹ ਹੈ ਕਿ ਰਾਸ਼ਟਰੀ ਜਿਹੜੀ ਰਾਜਨੀਤੀ ਆ ਉਹਦੇ ਤੇ ਇਹਦਾ ਬੇਹੱਦ ਅਸਰ ਪਵੇਗਾ। ਪਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਸਮਹਾਉ ਗੁਜਰਾਤ ਵਾਜ਼ ਨਾਟ ਟੂ ਡਿਸਟੈਂਟ ਕਿ ਬਹੁਤ ਦੂਰ ਇਲੈਕਸ਼ਨ ਹੋ ਰਹੀ ਹੈ। ਅਸੀਂ ਤੇ ਵਿੱਚ ਵੜੇ ਹੋਏ ਸੀਗੇ ਤੇ ਖਬਰਾਂ ਸਾਰੀਆਂ ਗੁਜਰਾਤ ਦੀਆਂ ਪੰਜਾਬੀ ਦੇ ਅਖਬਾਰਾਂ 'ਚ ਨੁਮਾਇਆ ਕਿਸਮ ਨਾਲ ਛਪ ਰਹੀਆਂ ਸੀ, ਫੋਟੋਆਂ ਵੱਡੀਆਂ ਵੱਡੀਆਂ। ਆਲਮੋਸਟ ਪੰਜਾਬ ਦੀ ਸਰਕਾਰ ਵੀ ਇਲੈਕਸ਼ਨ ਲੜ ਰਹੀ ਸੀ। ਇੱਕ ਤੇ ਦੱਸੋ ਵੀ ਸਾਡੇ ਲਈ ਕੀ ਮਹੱਤਵ ਹੈ, ਅਸੀਂ ਅੱਗੋਂ ਕੀ ਦੇਖਦੇ ਹਾਂ ਤੇ ਦੇਸ਼ ਅੱਗੋਂ ਕੀ ਦੇਖਦਾ? ਇੱਕ ਤਾਂ ਇਹ ਗੱਲ ਕਲੀਅਰ ਹੈਗੀ ਹੋਇਆ ਕਿ ਪੰਜਾਬ ਦੇ ਵਿੱਚ ਸਰਕਾਰ ਨਵੀਂ ਬਣੀ ਸੀ ਤੇ ਇੱਕ ਦਿੱਲੀ 'ਚ ਬਣੀ ਸੀ। ਦਿੱਲੀ ਤਾਂ ਮਤਲਬ ਹਾਫ ਸਟੇਟ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਨਾ, ਸਿਟੀ ਸਟੇਟ ਹੈ ਕਿ ਉਹਨਾਂ ਨੂੰ ਕਹਿੰਦੇ ਸਾਡੇ ਕੋਲ ਅਧਿਕਾਰ ਹੀ ਪੂਰੇ ਹੈ ਨਹੀਂ, ਤਾਂ ਆਪਾਂ ਪੰਜਾਬ ਦੇ ਥਰੂ ਇਹ ਕੰਮ ਕਰੀਏ ਸਾਰੇ। ਔਰ ਦੂਜਾ, ਪੰਜਾਬ ਦੀ ਸਰਕਾਰ ਪੰਜਾਬ ਦੇ ਵਸੀਲੇ ਤੇ ਇੱਕ ਭਗਵੰਤ ਮਾਨ ਦੇ ਰੂਪ ਦੇ ਵਿੱਚ ਥੋੜਾ ਇੱਕ ਓਰੇਟਰ ਵੀ ਚਾਹੀਦਾ ਹੁੰਦਾ ਨਾ, ਵੀ ਜਾ ਕੇ ਹਾਈ ਵਿਜ਼ਿਬਿਲਟੀ, ਹਾਂ ਵਿਜ਼ਿਬਿਲਟੀ ਕੇ ਜਾ ਕੇ ਉੱਥੇ ਗੱਲ ਕੀਤੀ ਹੈ। ਆਲਮੋਸਟ 2 ਮਹੀਨੇ ਪੰਜਾਬ ਦੇ ਚੀਫ ਮਿਨਿਸਟਰ ਨੇ ਤੇ ਪੰਜਾਬ ਦੇ ਬਾਕੀ ਉਹਨਾਂ ਨੇ ਲਾਏ। ਇੱਕ ਤਾਂ ਪੰਜਾਬ ਦਾ ਇਹ ਸਬੰਧ ਹੈ, ਪੰਜਾਬ ਦੇ ਲੋਕ ਇਹ ਕਹਿੰਦੇ ਰਹੇ ਕਿ ਭਾਈ ਸਾਹਿਬ ਸਰਕਾਰ ਜੀ ਤੁਸੀਂ ਇੱਥੇ ਹੀ ਬਹੁਤ ਸਮੱਸਿਆਵਾਂ ਨੇ, ਇੱਥੇ ਕੰਮ ਕਰੋ। ਇੱਥੇ ਕਦੇ ਕੋਈ ਗੈਂਗਸਟਰ ਦਾ ਸਵਾਲ ਆ ਜਾਂਦਾ ਹੈ, ਕਦੇ ਕੋਈ ਹੋਰ ਜਿੰਨੇ ਵੀ ਮਾਮਲੇ ਸਾਡੇ ਸਾਹਮਣੇ ਆਏ ਉਹਨਾਂ ਤੇ ਤੁਸੀਂ ਗੱਲ ਨਹੀਂ ਕਰ ਰਹੇ। ਦੂਸਰਾ, ਪੰਜਾਬ ਦਾ ਇਸ ਲਈ ਵੀ ਸੰਬੰਧ ਹੈ ਕਿ ਬੀਜੇਪੀ ਵੀ ਆਪਣਾ
ਜਿਹੜਾ ਬਦਲ ਰਹੀ ਹੈ ਰੋਲ ਪੰਜਾਬ ਦੇ ਵਿੱਚ ਪਿਛਲੇ ਸਮੇਂ 'ਚ, ਕਿਉਂਕਿ ਲੰਮਾ ਸਮਾਂ ਤਾਂ ਅਕਾਲੀ ਬੀਜੇਪੀ ਦਾ ਅਲਾਇੰਸ ਰਿਹਾ, ਦੋਨਾਂ ਤੋਂ ਉਹ ਜੂਨੀਅਰ ਪਾਰਟਨਰ ਔਰ ਸੀਨੀਅਰ ਪਹਿਲਾਂ ਬਹੁਤ ਮਾਰਜਨਲ ਪਲੇਅਰ ਸੀ, ਮਾਰਜਨਲ ਮੇਜਰ ਪਲੇਅਰ ਇਸ ਤੋਂ ਬਾਅਦ ਜਦੋਂ ਦੀਆਂ ਹੁਣ ਜਿੰਨੀਆਂ ਬੀਜੇਪੀ ਅਮਰਿੰਦਰ ਸਿੰਘ ਜਾਖੜ ਜਾਂ ਬਾਕੀਆਂ ਨੂੰ ਕੋਰ ਕਮੇਟੀ 'ਚ ਲੈ ਗਏ, ਕਿਸੇ ਨੂੰ ਐਡਵਾਈਜ਼ਰ ਬਣਾਤਾ, ਕਿਸੇ ਨੂੰ ਕੁਝ ਬਣਾਤਾ, ਖਾਸ ਤੌਰ ਤੇ ਉਹ ਹੁਣ ਅਰਬਨ ਹਿੰਦੂ ਪਾਰਟੀ ਦੀ ਬਜਾਏ ਆਪਣੇ ਆਪ ਨੂੰ ਪੈਨ ਪੰਜਾਬ ਪਾਰਟੀ ਪੈਨ ਪੰਜਾਬ ਬਣਾਉਣ ਦੀ ਇੱਕ ਕੋਸ਼ਿਸ਼ ਦੇ ਵਿੱਚ ਹੈ, ਉਸ ਕਰਕੇ ਵੀ ਪੰਜਾਬ ਉਹਦੇ ਨਾਲ ਜੁੜਿਆ। ਪਰ ਜਿਹੜੀਆਂ ਜਿਸ ਤਰੀਕੇ ਦੀਆਂ ਚੋਣਾਂ ਹੋ ਰਹੀਆਂ, ਜਿਹੜਾ ਨੈਰੇਟਿਵ ਸਿਰਜਿਆ ਗੁਜਰਾਤ ਦੇ ਵਿੱਚ ਕੋਈ ਡਿਵੈਲਪਮੈਂਟ ਦਾ ਉਸ ਲੈਵਲ ਦਾ ਨੈਰੇਟਿਵ ਨਹੀਂ ਸੀ। ਗੁਜਰਾਤ ਦੇ ਵਿੱਚ ਨੈਰੇਟਿਵ ਤਾਂ ਉਹੀ ਸਿਰਜਿਆ ਗਿਆ ਨਾ ਜਿਹੜਾ ਓਵਰਆਲ ਕੰਟਰੀ ਦੇ ਵਿੱਚ ਬੀਜੇਪੀ ਨੇ ਇੱਕ ਲੈਵਲ ਦਾ ਬਣਾਤਾ, ਮੈਜੋਰਿਟੇਰੀਅਨ ਨੈਰੇਟਿਵ ਬੇਸਿਕਲੀ ਤਾਂ ਖਾਸ ਤੌਰ ਦੇ ਉੱਤੇ ਉਹਦੇ ਤੇ ਸਵਾਰ ਰਹੇ। ਔਰ ਦੂਜੀ ਗੱਲ ਇਹ ਵੀ ਰਿਹਾ ਕਿ ਉਹਨਾਂ ਨੇ ਕਾਂਗਰਸ ਮੁਕਤ ਭਾਰਤ ਦੀ ਗੱਲ ਕੀਤੀ ਤੇ ਆਪ ਨੇ ਵੀ ਕਾਂਗਰਸ ਮੁਕਤ ਦੇ ਕਾਂਗਰਸ ਤੇ ਹੀ ਫੋਕਸ ਰੱਖਿਆ ਜ਼ਿਆਦਾਤਰ। ਜੇ ਤੁਸੀਂ ਉਹਦੇ ਬਿਆਨ ਆਪ ਉਹ ਕਾਂਗਰਸ ਨੂੰ ਅਟੈਕ ਕਰਨ ਗਈ ਸੀ ਕਿਉਂਕਿ ਉਹਨਾਂ ਲੱਗਾ ਇਹਨਾਂ ਦੀਆਂ ਵੋਟਾਂ ਖੋਈਆਂ ਜਾ ਸਕਦੀਆਂ, ਕਾਂਗਰਸ ਨੂੰ ਹੀ ਅਟੈਕ। ਔਰ ਜੇ ਆਪਾਂ ਵੋਟ ਪਰਸੈਂਟੇਜ ਨਤੀਜੇ ਵੀ ਦੇਖਦੇ ਆ ਤਾਂ ਉਹਦੇ 'ਚ ਪਿਛਲੇ ਵਾਰ ਆਲਮੋਸਟ 41% ਸੀ ਤੇ ਆਪ ਨੂੰ 13% ਮਿਲ ਗਈਆਂ ਤੇ ਕਾਂਗਰਸ ਨੂੰ 27%, 27.3%, 40-40% ਉਹਦੇ ਚੋਂ ਵੰਡਿਆ ਗਿਆ ਲਗਭਗ ਆਲਮੋਸਟ ਉਹ ਸਾਰੇ ਮਾਮਲੇ 'ਚ ਵੀ। ਬੀਜੇਪੀ ਦੇ ਤਾਂ ਪਹਿਲਾਂ ਨਾਲੋਂ ਵੀ ਵਧੀਆ ਨੇ, ਬਿਲਕੁਲ ਮਤਲਬ ਵੋਟ ਪਰਸੈਂਟੇਜ ਪਹਿਲਾਂ ਨਾਲੋਂ ਵਧੀਆ 52%, 52.5%। ਇਟ ਮੀਨਸ ਇਸ ਗੱਲ ਤੇ ਵੀ ਔਰ ਆਪ ਵੀ ਉਹਦੇ ਏਜੰਡੇ ਨੂੰ ਹੀ ਫੋਲੋ ਕਰ ਰਹੀ ਸੀ ਬੀਜੇਪੀ ਨੂੰ ਇੱਕ, ਔਰ ਕਦੇ ਨੋਟਾਂ ਤੇ ਫੋਟੋ ਛਾਪਣ ਦੇ ਮਾਮਲੇ ਆਉਂਦੇ ਸੀ ਮੰਨ ਲਓ। ਇੰਟਰਸਟਿੰਗ ਗੱਲ ਇਹ ਹੈ, ਥੋੜੀ ਜਿਹੀ ਕਿਤੇ ਵੱਧ ਚੜ ਕੇ ਤਾਂ ਨਹੀਂ ਕਹਿਣ ਲੱਗਾ ਕਿ ਹੁਣ ਗੁਜਰਾਤ ਵਿੱਚ 2 ਭਾਜਪਾ ਪਾਰਟੀਆਂ ਹੋ ਗਈਆਂ ਨੇ, 2 ਭਾਜਪਾ ਹੋ ਗਈਆਂ ਨੇ ਤੇ ਇੱਕ ਨਾਨ ਭਾਜਪਾ ਪਾਰਟੀ ਮਾਰਜਨਲਾਈਜ਼ ਹੋ ਗਈ ਹੈ। ਇੱਕ ਵੱਡੀ ਭਾਜਪਾ ਹੈ, ਇੱਕ ਅਰਵਿੰਦ ਕੇਜਰੀਵਾਲ ਦੀ ਛੋਟੀ ਭਾਜਪਾ ਉੱਥੇ ਹੋ ਗਈ ਹੈ ਜਿਹੜੀ ਉੱਥੇ ਵੀ ਵੱਡਾ ਹੋਣਾ ਲੋਚ ਰਹੀ ਹੈ। ਆਸ਼ੂਤੋਸ਼ ਜੀ, ਜੇ ਇਹ ਐਨਾਲਿਸਿਸ ਸਹੀ ਹੈ ਤਾਂ 2-4 ਚੀਜ਼ਾਂ ਨੇ। ਇੱਕ ਤਾਂ ਕਾਂਗਰਸ ਦੇ ਕੈਂਪੇਨ ਦੀ ਓਨਰਸ਼ਿਪ ਕਿਸ ਕੋਲ ਸੀ? ਗੁਜਰਾਤ ਵਿੱਚ ਜਾ ਕੇ ਕਿਸ ਨੇ ਕਾਂਗਰਸ ਦੀ ਉਹ ਆਈਡੀਓਲੋਜੀਕਲ ਗੱਲ ਕਹਿਣੀ ਸੀ ਜਿਹੜੀ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਵਿੱਚ ਲਗਾਤਾਰ ਕਹਿੰਦਾ ਰਹਿੰਦਾ? ਤੇ ਜੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਵਿੱਚ ਇੱਕ ਆਈਡੀਓਲੋਜੀਕਲ ਪੋਜੀਸ਼ਨ ਰੱਖਦਾ ਹੈ ਤੇ ਇਹ ਕਿਵੇਂ ਹੋ ਸਕਦਾ ਹੈ ਕਿ ਕੰਨਿਆ ਕੁਮਾਰੀ ਤੋਂ ਕਸ਼ਮੀਰ ਨੂੰ ਯਾਤਰਾ ਚੱਲੇ ਤੇ ਚੋਣਾਂ ਦੇ ਦਿਨਾਂ ਦੇ ਵਿੱਚ ਉਹ ਗੁਜਰਾਤ ਨੂੰ ਬਾਈਪਾਸ ਹੀ ਕਰ ਜਾਵੇ ਤੇ ਰਾਹੁਲ ਗਾਂਧੀ ਕੇਵਲ ਇੱਕ ਦਿਨ ਕੱਢੇ ਇੱਕ ਮੇਕ ਔਰ ਬ੍ਰੇਕ ਇਲੈਕਸ਼ਨ ਲਈ? ਪਿਛਲੀ ਵਾਰੀ ਕਾਂਗਰਸ ਬੜੀ ਨੇੜੇ ਆ ਗਈ ਸੀ ਜਦੋਂ 77-99 ਦਾ ਫੈਸਲਾ ਹੋਇਆ ਸੀ, ਲੋਕਾਂ ਨੂੰ ਲੱਗਦਾ ਸੀ ਕਿ ਇਹਦਾ ਮਤਲਬ ਨੈਕਸਟ ਇਲੈਕਸ਼ਨ ਕੁਡ ਵੀ 99-77 ਦਾ ਅਦਰ ਵੇ ਅਰਾਊਂਡ, ਸ਼ਾਇਦ ਉਲਟਾ ਹੋ ਜਾਣ, ਸ਼ਾਇਦ ਭਾਜਪਾ 77 ਤੇ ਨਿਪਟ ਜਾਏ ਤੇ ਕਾਂਗਰਸ 99 ਲੈ ਜਾਵੇ। ਮਤਲਬ ਉਸੇ ਦਿਨ ਤੋਂ ਤਾਂ ਇਹ ਸ਼ੁਰੂ ਹੋ ਜਾਣੀ ਸੀ ਕਵਾਇਦ ਕਿ ਅਸੀਂ ਹੁਣ 2022 ਕਿਵੇਂ ਜਿੱਤਣਾ। ਨਾਓ ਇਟ ਸੀਮਸ ਕਿ ਛੱਡ ਹੀ ਦਿੱਤਾ ਗਿਆ ਕਿ ਛੱਡੋ ਯਾਰ ਅਸੀਂ ਕਿਤੇ ਜਿੱਤਣਾ ਜਾਈਏ ਮਿਹਨਤ ਕਰਕੇ, ਇਹਨੂੰ ਮੈਦਾਨ ਖਾਲੀ ਛੱਡ ਦਿੱਤਾ ਗਿਆ। ਵਾਈ ਦ ਓਨਰਸ਼ਿਪ ਵਾਜ਼ ਨਾਟ ਟੇਕਨ ਤੇ आइडियोलॉजिकल क्वेश्चन क्यों मिसिंग रहने देता कांग्रेस ने? देखिए इस बार जो गुजरात में दे आर सेइंग कि साइलेंट कैंपेनिंग हुई। साइलेंट कैंपेनिंग मुझे नहीं पता क्या साइलेंट कैंपेनिंग होती है। गांधी फैमिली बिल्कुल ही अलग रही, उन्होंने कैंपेन नहीं करा। ये भी हो सकता है कि उन्होंने सोचा होगा सेंस ऑफ प्रिसाइंस कि हम चुनाव हार रहे हैं तो उन्होंने सोचा होगा कि हमारे ऊपर क्यों हार का ठिठड़ा फूटे। दूसरी बात की जो राहुल गांधी की जो ये भारत यात्रा है वो अपनी एक इमेज क्रिएट करने की कोशिश कर रहे हैं सेंटली ईडीएम, जैसे मॉरिस जोन्स ने कहा था कि भारत में इसका बड़ा योगदान है कि भाई हम तो रिनंसिएट कर रहे हैं, हमें पॉलिटिक्स से लेना देना नहीं, पावर पॉलिटिक्स, ये जो एस्केटिक पॉलिटिक्स है ना, नारायण, विनोबा भावे, तो ये तो मोदी अच्छी कर लेते हैं, वो गुफा में जाके बैठ जाते हैं इलेक्शन जीतने के बाद कि मैं सबसे बहुत अलूफ हूँ, इस सबसे मोह माया का त्याग कर सकता हूँ। तो राहुल जी एक एब्डिकेट भी कर रहे हैं अपनी रिस्पॉन्सिबिलिटी। एक तरफ तो वो पार्टी के फैसले भी लेते हैं, अभी ने देखा फैसले लिए उन्होंने, कोशिश करी राजस्थान में। दूसरी तरफ वो अपने को, क्योंकि पार्टी का एक काम ये भी होता है ना कि चुनाव जीतना, तो ये तो बहुत ही आश्चर्य की बात है कि गांधी फैमिली ने इवन हिमाचल में प्रियंका ने कोई बहुत ज्यादा कंपेनिंग नहीं की। बिल्कुल। तो एक तरह से तो बाय डिफॉल्ट वो जीते हैं, बाय डिफॉल्ट हिमाचल लोकल लीडर्स, लोकल ऑर्गेनाइजेशन, ब्रांड वैल्यू अभी बनी हुई है, गुजरात में नहीं थी। तो मुझे तो साफ लगता है, अगर मैं बहुत ही साफ शब्दों में कहूँ तो उन्होंने सोचा गुजरात में उन्होंने वॉकओवर दे दिया और इसका फायदा आम आदमी पार्टी ने, जैसा अभी हमीर सिंह से बात कर रहे थे आप, कि आम आदमी पार्टी ने मौका ताड़ा। जैसे ਐਸਕੈਟਿਕ ਵਾਲੀ ਗੱਲ ਤੇ ਮੈਂ ਦੁਬਾਰਾ ਤੁਹਾਨੂੰ ਪੁੱਛਣਾ ਚਾਹੁੰਦਾ ਜਿਹੜੀ ਭਾਰਤ ਜੋੜੋ ਯਾਤਰਾ ਦੇ ਸੰਬੰਧ ਦੇ ਵਿੱਚ ਕਿ ਇੱਕ ਪਾਰਟੀ ਲਗਾਤਾਰ ਆਪਣੀ ਆਈਡੀਓਲੋਜੀਕਲ ਪੋਜੀਸ਼ਨ ਤੋਂ ਇੱਕ ਵੱਡੀ ਜੰਗ ਦੇਸ਼ ਵਿੱਚ ਲੜ ਰਹੀ ਹੈ, ਹਰ ਰੋਜ਼ ਸੁਰਖੀਆਂ ਨਿਭਾ ਰਹੀ ਹੈ, ਪਰ ਇੱਕ ਸੂਬੇ ਵਿੱਚ, ਇੱਕ ਵੱਡੇ ਸੂਬੇ ਵਿੱਚ ਜਿੱਥੇ ਨਰਿੰਦਰ ਮੋਦੀ ਦਾ ਭਵਿੱਖ ਜੁੜਿਆ ਹੋਇਆ, ਜਿੱਥੇ ਰਾਹੁਲ ਗਾਂਧੀ ਦਾ ਵੀ ਭਵਿੱਖ ਜੁੜਿਆ, ਉੱਥੇ ਉਹੀ ਆਈਡੀਓਲੋਜੀਕਲ ਗੱਲ ਤੋਂ ਉਹ ਗੁਰੇਜ਼ ਕਰਦੀ ਹੈ। ਇਹਨੂੰ ਤੁਸੀਂ ਇਲੈਕਟੋਰਲ ਟੈਕਟਿਕ ਦੇ ਰੂਪ ਵਿੱਚ ਦੇਖਦੇ ਹੋ ਜਾਂ ਤੁਸੀਂ ਇਹ ਦੇਖਦੇ ਹੋ ਕਿ ਕੋਈ ਪੋਲੀਟੀਕਲ ਪਾਰਟੀ ਜਿਹੜੇ ਚੋਣਾਂ ਦਾ ਇੰਪੈਰੇਟਿਵਸ ਹੁੰਦੇ ਆ ਉਹਨੂੰ
ਇਗਨੋਰ ਕਰਕੇ ਕੀ ਸਰਵਾइव कर सकती है? नहीं देखिए, राहुल गांधी कितनी कुछ सियानी ये स्ट्रेटजी बहुत सी। क्लियर है। राहुल गांधी हो चाहे आम आदमी पार्टी हो, केजरीवाल हो, इन लोगों ने बहुत सारे अभी मुद्दे आए थे, जैसे बिल्किस बानो वाला मुद्दा आया जी, था। बिल्कुल। इन्होंने कोई स्टेटमेंट नहीं दिया, है ना। तो ये एक तरह से गुजरात में इन्होंने मान लिया है, जैसे जाति के बारे में इन्होंने मान लिया मतलब है। ਇਹ ਚੁਣ ਕੇ ਫੈਸਲਾ ਸੀ ਬਿਲਕਿਸ ਬਾਨੋ ਦੇ ਉੱਤੇ, ਜਿਹਦੇ ਤੇ ਹਾਂ। ਸਾਰਾ ਦੇਸ਼ ਬੋਲ ਰਿਹਾ ਸੀ, ਹਾਂ। ਉਹਦੇ ਤੇ ਕੋਈ ਆਮ ਆਦਮੀ statement ਨਹੀਂ ਆਇਆ। ਪਾਰਟੀ ਦਾ ਛੋਟੇ ਕੇਜਰੀਵਾਲ ਨੇ ਤੋਂ ਕੁਛ ਛੋਟਾ ਨਹੀਂ ਤੇ ਬੋਲਾ। ਵੱਡੇ ਤੋਂ ਵੱਡਾ ਕੋਈ ਲੀਡਰ कुछ नहीं बोला। ਬਿਲकुल ਨਹੀਂ ਬੋਲਿਆ। ਬੋਲੇ। ਇਹਦਾ ਮਤਲਬ ਸਖਤ ਠੋਕ ਕੇ ਇੰਸਟਰਕਸ਼ਨ ਸੀ ਕਿ ਖਬਰਦਾਰ ਮੂੰਹ ਖੋਲਿਆ, ਹਾਂ। ਮਾਮਲਾ खतरनाक जे। चाहे वो सीए हो, चाहे एनआरसी हो, चाहे और कोई मुद्दा हो, आपने आम आदमी पार्टी का कोई स्टेटमेंट सुना है आज तक? नहीं सुना है। तो आम आदमी पार्टी, ये जो मेजोरिटेरियनिज्म की बात हो रही है, तो आम आदमी पार्टी ने अपना एक पोजीशन क्लियर कर रखा ਅਸਲ ਦੇ है। ਵਿੱਚ ਇਹੀ ਗੱਲ ਹੈ ਜਿਹੜੀ ਇੱਕ ਉਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਸਟ੍ਰੈਟਜੀਕਲੀ ਸੋਚ ਕੇ ਵੀ ਇਦੋਂ ਪਹਿਲਾਂ ਜਿੰਨੀਆਂ ਚੋਣਾਂ ਹੋਈਆਂ 14 ਤੋਂ ਬਾਅਦ ਲਗਾਤਾਰ ਸਟੇਟ ਇਲੈਕਸ਼ਨ ਔਰ ਨੈਸ਼ਨਲ ਇਲੈਕਸ਼ਨ, ਉਹਦੇ ਚ ਰਾਹੁਲ ਬਨਾਮ ਮੋਦੀ ਨਾਰਮਲੀ ਬਣ ਜਾਂਦਾ ਸੀ। ਸੋ ਤੁਹਾਨੂੰ ਲੱਗਦਾ ਇਹਦੇ ਤੋਂ ਬਚਣਾ ਚਾਹ ਰਹੀ ਸੀ ਕਾਂਗਰਸ? ਮੈਨੂੰ ਲੱਗਦਾ ਉਹਦੇ ਤੋਂ ਵੀ ਬਚਣਾ ਚਾਹ ਰਹੀ ਸੀ ਤੇ ਰਾਹੁਲ ਵੀ ਉਸ ਟ੍ਰਾਈਬ ਚ ਚੜੇ ਇਦੋਂ ਪਹਿਲਾਂ। ਤੁਸੀਂ ਦੇਖਿਆ ਕਿ ਕਿੰਨੇ ਥਾਂ ਮੰਦਰ ਜਾਣਾ, ਜਿੰਨੇ ਉਹ ਪਾਉਣਾ ਯਾਤਰਾ में भी ਤੇ ਉਹ चल रहा ਸਾਰਾ ਇਸ ਯਾਤਰਾ ਚ ਸ਼ਾਇਦ ਜਿੰਨਾ ਕਲੈਰਿਟੀ ਨਾਲ ਇੱਕ ਗੱਲ ਕੀਤੀ ਹੈ ਨਾ ਕਿ ਉਹ ਨਫ਼ਰਤ ਫੈਲਾ ਰਹੇ ਨੇ ਜੇ ਇਦੋਂ ਪਹਿਲਾਂ ਕਾਂਗਰਸ ਕਲੈਰਿਟੀ ਨਾਲ ਨਹੀਂ ਚੱਲ ਪਾਈ ਕਿਸੇ ਵੀ ਰੂਪ ਦੇ ਵਿੱਚ। ਇਲੈਕਸ਼ਨ ਕੈਂਪੇਨ ਚ ਅਜੇ ਵੀ ਬਬਲਿੰਗ ਚੋਂ ਤੁਸੀਂ ਇੱਕ ਲੈਵਲ ਦਾ ਜਿਹੜਾ ਵੀ ਤੁਹਾਡੇ ਲੀਡਰ ਇਲੈਕਸ਼ਨ ਕੈਂਪੇਨ ਕਰਦੇ ਨੇ ਜਾਂ ਤੁਸੀਂ ਕਰਦੇ ਹੋ, ਉੱਥੇ ਤੁਸੀਂ ਤੁਹਾਡੇ ਤੇ ਇੱਕ ਮੈਜੋਰਿਟੇਰੀਅਨ ਸੈਂਟੀਮੈਂਟ ਦਾ, ਉਹਦੀਆਂ ਭਾਵਨਾਵਾਂ ਦਾ ਤੁਹਾਡੇ ਤੇ ਪ੍ਰੈਸ਼ਰ ਹੈ। ਵੈਸੇ ਤੁਸੀਂ ਇੱਕ ਯਾਤਰਾ ਦੇ ਰਾਹੀਂ ਇੱਕ ਆਈਡੀਓਲੋਜੀਕਲ ਡੋਮੇਨ ਚ ਅਲੱਗ ਖੜੇ ਦਿਖਣਾ ਚਾਹੁੰਦੇ ਹੋ। ਇਹ ਡਾਇਲੇਮਾ ਜਿਹੜਾ ਹੈ ਇਹ ਬਹੁਤ ਕਲੀਅਰ ਹੈ। ਜਾਂ ਤਾਂ ਤੁਸੀਂ ਕਹਿ ਦਿਓ ਚਾਹੇ 4 ਇਲੈਕਸ਼ਨ ਹਾਰ ਜਾਈਏ, 2 ਹਾਰ ਜਾਈਏ, ਅਸੀਂ ਆਈਡੀਓਲੋਜੀਕਲੀ ਸਟੈਂਡ ਕਰਾਂਗੇ ਇਸ ਲੈਵਲ ਦੇ ਸੈਕੂਲਰ ਵੈਲਿਊ ਸਿਸਟਮ ਤੇ ਜਾਂ ਇਸ ਤੇ। ਸੋ ਤੁਹਾਨੂੰ ਇਹ ਵੀ ਲੱਗਦਾ ਹੈ ਕਿ ਇੱਕ ਪਾਸੇ ਉਹ ਭਾਰਤ ਜੋੜੋ ਯਾਤਰਾ ਕੈਰੀ ਆਊਟ ਕਰ ਰਿਹਾ ਹੈ, ਇੱਕ ਪਾਸੇ ਕਾਂਗਰਸ ਗੁਜਰਾਤ ਵਿੱਚ ਉਹੋ ਜੀ ਕੋਈ ਗੱਲ ਨਹੀਂ ਕਰਦੀ, ਕਿ ਪਾਰਟੀ ਵੀ ਅਜੇ ਇਸ ਡਾਇਲੇਮਾ ਦੇ ਵਿੱਚ ਹੈ ਕਿ ਅਸੀਂ ਕਿਹੜਾ ਸਟੈਂਡ ਲਈਏ, ਆਈਡੀਓਲੋਜੀਕਲ ਸਟੈਂਡ ਲਈਏ ਕਿ ਪ੍ਰੈਗਮੈਟਿਕ ਪੋਲਿਟਿक्स ਦਾ ਸਟੈਂਡ ਲਈਏ? देखिए अभी क्या हो रहा है ना, ये हमीर जी लालजी ये कह रहे हैं कि ये दो ਵੱਖ-ਵੱਖ ਧਾਰਾਵਾਂ ਨੇ, ये winnability पार्टी जो दोनों में factor। फंसी हुई है, डायलेमा यही है। डायलेमा तो है ही, हाँ। और इस डायलेमा से निकलना पड़ेगा, क्योंकि ये बात बहुत हो रही है कि कांग्रेस को जो, क्योंकि बीजेपी अपनी आइडियोलॉजी पे बनी हुई है। अब देखिए, चाहे वो यूनिफॉर्म सिविल कोड हो, चाहे कि वो जो भी मामले हो, वो तो ले कश्मीर आ रहे का, हैं, वो यूनिफॉर्म उनका सिविल कोड। बहुत पुराना एजेंडा है। ये 1915 में बनी थी आरएसएस, उन्हें तो ये शुरू से ही एजेंडा रहा है इनका। 1925 में बनी थी, सॉरी 1915 में हिंदू महासभा बनी थी, उस समय से इनका एजेंडा रहा है। तो वो अपने, उनको आप दोष नहीं दे सकते, उनका ये एजेंडा रहा है। लेकिन कांग्रेस की जो फाउंडिंग प्रिंसिपल्स थे उससे वो बिल्कुल हट चुके हैं। वो अगर आप बीजेपी को फॉलो करेंगे तो आप क्या कहेंगे उसको, बीजेपी की आप जूनियर पार्टनर बन जाएंगे। ਆਮ ਆਦਮੀ ਪਾਰਟੀ ਵੀ ਵਹੀ ਕਰ ਰਹੀ ਹੈ ਤੇ ਹੁਣ ਵੀ ਤਾਂ ਉਹੀ ਬਣਨਗੇ, ਇਹਦੇ ਚ ਵੀ ਉਹੀ ਬਣਨਗੇ। ਨਹੀਂ ਬਿਲਕੁਲ ਇਹ ਤੋਂ ਪਹਿਲਾਂ ਵੀ ਤੁਸੀਂ ਦੇਖੋ ਪਾਰਲੀਮੈਂਟ ਜੰਮੂ ਕਸ਼ਮੀਰ ਦਾ ਇਸ਼ੂ ਆਇਆ, ਕਾਂਗਰਸ ਚ ਦਫੇੜ ਪਿਆ ਰਿਹਾ, ਕੋਈ ਫੈਸਲਾ ਨਹੀਂ ਲੈ ਸਕੀ। ਹਾਲਾਂਕਿ ਅੱਧੇ ਥੋੜਾ ਜਿਹਾ ਬੋਲਣ ਨੂੰ, ਕੁਝ ਬੰਦੇ ਬੋਲਣ ਨੂੰ ਤਿਆਰ ਸੀਗੇ ਇਸ ਪਾਸੇ, ਪਰ ਬਾਕੀ ਦੇ ਜਾ ਰਹੇ ਸੀ ਬਗਾਵਤ ਉਸ ਲੈਵਲ ਤੇ। ਚੈਲੰਜ ਕਰ ਰਹੇ ਸੀ ਕਿ ਤੁਸੀਂ ਕਹੋ 370 ਵਾਪਸ ਬਿਲਕੁਲ। ਔਰ ਇਸੇ ਤਰੀਕੇ ਨਾਲ ਬਾਕੀ ਦੇ ਜਿਹੜੇ ਮਤਲਬ ਨਾਗਰਿਕ ਸੋਧ ਬਿੱਲ ਦਾ ਮੁੱਦਾ ਆਇਆ, ਜਿੰਨੇ ਵੀ ਮੁੱਦੇ ਆਏ, ਕੋਈ ਕਲੈਰਿਟੀ ਨਾਲ ਸਟੈਂਡ ਥੋੜੀ ਪਾਰਟੀ ਦੇ ਅੰਦਰ ਗੜਬੜ ਹੈ। ਅਜੇ ਪਾਰਟੀ ਨੇ ਮੰਥਨ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਕੀ ਬੋਲਣਾ ਚਾਹੀਦਾ, ਕਿਹੜੀ ਗੱਲ ਤੇ ਸਟੈਂਡ ਕਰਨਾ ਚਾਹੀਦਾ, ਇਹ ਅਜੇ ਤੱਕ ਕਲੈਰਿਟੀ ਨਹੀਂ ਹੈ, ਆਈ ਨਹੀਂ ਉਸ ਪੱਧਰ ਤੇ, ਜਿਹਦੇ ਕਰਕੇ ਕੰਪੇਨ ਚ ਵੀ ਦਿੰਦੀ ਹੈ ਜਦੋਂ ਤੁਹਾਡੇ ਚ ਕਲੈਰਿਟੀ ਨਹੀਂ ਹੋਏਗੀ, ਬਬਲਿੰਗ ਹੋਏਗੀ, ਤਾਂ ਲੋਕਾਂ ਨੂੰ ਇੰਪੈਕਟ ਕਿਵੇਂ ਕਰੋਗੇ ਤੁਸੀਂ ਉਸ एक मैसेजिंग होता है ना, कैंपेन में एक मैसेज जाना चाहिए, एक क्लियर मैसेज जाना और चाहिए। चोण भाਵੇਂ सिर्फ गुजरात ਤੇ ਹਿਮਾਚਲ ਚ ਹੋਵੇ, ਸੁਣਿਆ ਸਾਰੇ ਦੇਸ਼ ਚ ਜਾ ਰਿਹਾ ਹੁੰਦਾ। हाँ जी, पूरा मैसेज जाता है, वो मैसेज है ही नहीं, कम्युनिकेशन की प्रॉब्लम है, हमें नहीं पता वो कांग्रेस कहां पे ਕਾਂਗਰਸ खड़ी है। ਲੈਕਡ ਦਾ ਮੈਸੇਜ ਕਾਂਗਰਸ ਕੋਲ ਨਹੀਂ ਸੀਗਾ, ਬੀਜੇਪੀ ਦਾ ਮੈਸੇਜ ਬਹੁਤ ਕਲੀਅਰ ਸੀਗਾ। ਦੋ, ਬੀਜੇਪੀ ਆਪਣੀ ਆਈਡੀਓਲੋਜੀ ਦੇ ਪ੍ਰਤੀ ਇਮਾਨਦਾਰ ਰਹੀ ਹੈ, ਕਾਂਗਰਸ अपनी आइडियोलॉजी भारत जोड़ो यात्रा च रखती है ते चोणा दे विच जाके अपनी आइडियोलॉजी तो पीछे हट एक चीज और जाती मैं है। कहना चाहूंगा जल्दी से, जी जी एक चीज और देखिए कि जो इनकी कोर कॉन्स्टिट्यूएंसी थी कांग्रेस की, जैसे सौराष्ट्र रीजन में ट्राइबल एरिया जो है, जो पहले महाराष्ट्र, वो सारा सौराष्ट्र पूरा बीजेपी के साथ गया है। बिल्कुल, जहां पे 54 ओबीसी प्रिपोंडेंस है वो भी बीजेपी के साथ है, और ये आज से नहीं हो रहा है, 2002 के बाद से ट्राइबल कम्युनिटी पूरी बीजेपी के साथ ਉੱਥੇ ਸਾਡੇ ਪੰਜਾਬ ਦੇ ਯਾਰਾਂ ਨੇ ਜਾ ਕੇ ਬੜਾ ਰੋਲ ਨਿਭਾਇਆ ਕਿ ਉੱਥੇ ਬੀਜੇਪੀ ਕਿਉਂ ਸਾਰੀਆਂ ਲੈ ਗਈ ਹੈ, 54 ਚੋਂ 3 ਜੇਪੀ ਕਿਉਂ ਲੈ ਗਈ ਹੈ। ਆਪਾਂ ਕਰਦੇ ਹਾਂ ਦੀ ਗੱਲ ਤੇ ਬ੍ਰੇਕ ਤੋਂ ਬਾਅਦ, ਤੇ ਉਹ ਹਿਮਾਚਲ ਦੀ ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਗੁਜਰਾਤ ਤੇ ਹਿਮਾਚਲ ਦੇ ਆਏ ਚੋਣ ਨਤੀਜਿਆਂ ਤੋਂ ਬਾਅਦ, ਤੇ ਹਿਮਾਚਲ ਦੇ ਵਿੱਚ ਪਹਾੜਾਂ ਦੇ ਵਿੱਚ ਮੁੱਖ ਮੰਤਰੀ ਲੱਗਣ ਲਈ ਜਿਹੜੀ ਜਦੋਜਹਿਦ ਤੇ ਜਿਹਾਦ ਜਾਰੀ ਰਿਹਾ, ਉਹਦੇ ਬਾਰੇ
ਸਾਡੇ ਨਾਲ ਚਰਚਾ ਵਿੱਚ ਸ਼ਾਮਲ ਨੇ ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਜੀ ਤੇ ਸਰਦਾਰ ਹਮੀਰ ਸਿੰਘ ਜੀ ਸੀਨੀਅਰ ਪੱਤਰਕਾਰ। ਆਸ਼ੂਤੋਸ਼ ਕੁਮਾਰ ਜੀ, ਮੈਂ ਇਹ ਟਾਈਮਜ਼ ਆਫ ਇੰਡੀਆ ਦੇ ਵਿੱਚ ਸੈਟਰਡੇ ਨੂੰ ਹਿਲਾਲ ਅਹਿਮਦ ਹੋਰਾਂ ਦਾ ਪੀਸ ਦੇਖ ਰਿਹਾ ਸੀ। CSDS में जो काम करते हैं, CSDS ਵਾਲੇ ਤੁਹਾਡੇ ਸਾਥੀ ਨੇ, ਤੁਸੀਂ CSDS ਦੇ ਨਾਲ ਰਲ ਕੇ ਬਹੁਤ ਗਿਣਤੀਆਂ ਮਿੱਤੀਆਂ ਕਰਕੇ ਸਾਨੂੰ ਦੱਸਦੇ ਸੀ ਵੀ ਫਲਾਣਾ ਜਿੱਤੇਗਾ ਫਲਾਣਾ ਨਹੀਂ ਜਿੱਤੇਗਾ। ਹੁਣ ਹਿਲਾਲ ਅਹਿਮਦ ਜੀ ਦੇ ਕਹਿਣ ਅਨੁਸਾਰ ਇਹ ਹੈ ਵੀ ਜਿਵੇਂ ਮਰਜ਼ੀ ਸਮਝ ਲੈਣਾ ਆਸ਼ੂਤੋਸ਼ ਜੀ ਤੋਂ, BJP ਹੀ ਜਿੱਤੇਗੀ, ਕਿਉਂਕਿ ਉਹਨਾਂ ਨੇ ਇਹ ਨਤੀਜਾ ਕੱਢਿਆ। ਉਹ ਕਹਿੰਦੇ ਦੇਖੋ ਦੋ ਤਰੀਕੇ ਹੁੰਦੇ ਨੇ, ਤੁਸੀਂ ਜਾਂ ਤੇ ਜਿਹੜੀਆਂ ਇਲੈਕਸ਼ਨਾਂ ਵਿੱਚ ਹਿੱਸਾ ਕੌਣ ਲੈਂਦਾ ਸਭ ਤੋਂ ਜ਼ਿਆਦਾ, ਅਰਬਨ ਵੋਟਰ ਦੀ ਐਪੈਥੀ ਬਾਰੇ ਤਾਂ ਇਲੈਕਸ਼ਨ ਕਮਿਸ਼ਨ ਵੀ ਗੱਲ ਕਰ ਰਿਹਾ, ਗੁਜਰਾਤ ਦੇ ਵਿੱਚ ਵੀ ਅਜੇ ਵੀ ਇਹ ਹਾਲ ਹੀ ਹੋਇਆ, ਰੂਰਲ ਏਰੀਆਜ਼ ਤੋਂ ਜ਼ਿਆਦਾ ਆ ਰਹੇ ਨੇ। ਉਹਨਾਂ ਦਾ ਕਹਿਣਾ ਕਿ ਸਬੈਲਟਰਨ ਲੋਕਾਂ ਦੇ ਇਸ਼ੂਜ਼ ਰੋਟੀ ਕੱਪੜਾ ਮਕਾਨ ਨਾਲ ਜੁੜੇ ਹੁੰਦੇ ਨੇ, ਉਹਨਾਂ ਤੋਂ ਉਮੀਦ ਹੁੰਦੀ ਹੈ ਕਿ ਉਹ ਆਪਣੇ ਇਸ਼ੂਜ਼ ਦੇ ਉੱਤੇ ਰਹਿਣਗੇ। ਹੁਣ ਜੇ ਕਾਂਗਰਸ ਆਪਣੀ ਆਈਡੀਓਲੋਜੀਕਲ ਪੋਜੀਸ਼ਨ ਛੱਡ ਦਿੰਦੀ ਹੈ ਤੇ ਉੱਥੇ ਜਾ ਕੇ ਰੋਟੀ ਕੱਪੜਾ ਮਕਾਨ ਦੀ ਗੱਲ ਕਰਦੀ ਹੈ, ਤੇ ਭਾਜਪਾ ਮੋਦੀ ਜੀ ਅਮਿਤ ਸ਼ਾਹ ਉਹ ਦੋਨੋਂ ਗੱਲਾਂ ਕਰਦੇ ਨੇ। ਉਹ ਕਹਿੰਦੇ ਨੇ ਅਸੀਂ ਰੋਟੀ ਕੱਪੜਾ ਮਕਾਨ ਵੀ ਦਿਆਂਗੇ, ਤੈਨੂੰ ਪ੍ਰਾਈਡ ਵੀ ਨਾਲ ਦਿਆਂਗੇ, ਆਕੜ ਵੀ ਨਾਲ ਦਿਆਂਗੇ, ਹਿੰਦੂ ਹਿਰਦਿਆ ਸਮਰਾਟ ਦਾ ਜਿਹੜਾ ਇੱਕ ਛਤਰ ਰਾਜ ਹੈ ਉਹ ਵੀ ਤੈਨੂੰ ਨਾਲ ਦਿਆਂਗੇ। ਸੋ ਦੈਟ ਮੀਨਸ ਜੇ ਇਹ ਇਕੁਏਸ਼ਨ ਇਹਨਾਂ ਦੀ ਇਹ ਸਮਝ ਠੀਕ ਹੈ, ਜੇ ਹਿਲਾਲ ਅਹਿਮਦ ਇਸ ਤਰ੍ਹਾਂ ਚੱਲਦੇ ਨੇ, ਇਹਦਾ ਮਤਲਬ ਐਂਟੀ ਇਨਕੰਬੈਂਸੀ ਤਾਂ ਇਰਰੈਲੇਵੈਂਟ ਹੋ ਜਾਏਗੀ, ਫਿਰ ਕੋਈ ਐਂਟੀ ਇਨਕੰਬੈਂਸੀ ਨਹੀਂ ਹੋਇਆ ਕਰੇਗੀ, ਕਿਉਂਕਿ ਜਦੋਂ ਐਂਟੀ ਇਨਕੰਬੈਂਸੀ ਹੋਗੀ ਤਾਂ ਉਹਨੂੰ ਜਿਹੜਾ ਹਿੰਦੁਤਵਾ ਦੀ ਜਿਹੜੀ ਉਹ ਚढ़ जाया करेगी थोड़ी जी। देखिए पुट चढ़ जाएगी। पहले कहते थे ट्रेडिशनली अगर आप देखिए तो अर्बन एरियाज में कांग्रेस BJP आगे रहती थी, रूरल गुजरात में कांग्रेस रहती थी, है ना। और रूरल गुजरात में इसलिए रहती थी क्योंकि वहां पे सो कॉल्ड लोअर कास्ट के लोग ज्यादा रहते थे। इन्होंने क्या किया है, जैसे आप हिलाल अहमद की बात की, हिलाल अहमद अभी लगातार लिख रहे हैं इस पे कि पसमंदा मुस्लिम, जो मुस्लिम समुदाय का एक बहुत बड़ा हिस्सा जो है वो सबॉल्टन है, जो कि यहीं से मतलब जो अपनी एंसेस्ट्री गल्फ में नहीं देखता, काबुल में नहीं देखता और इधर नहीं देखता। तो ये जो बीजेपी का जो USP है ना कि सर्विस डिलीवरी में दे हैव डन वेरी वेल, चाहे वो उत्तर प्रदेश हो, चाहे गुजरात हो, चाहे कहीं भी हो, इनकी सर्विस डिलीवरी ये मानना पड़ेगा कि वो जो बेनिफिट्स जाता है वो पहुंच रहा है लोगों के पास, और लोगों की मेमोरी भी होती है ना। और गुजरात में मुझे लगता है ट्रांसलेट करने की कोशिश कर रहा हूं, हमीर जी का मतलब ਹੁੰਦਾ ਹੈ ਮੋਰਬੀ ਦਾ ਪੁਲ ਡਿੱਗ ਜਾਏ ਤੇ ਬੰਦੇ ਮਰ ਜਾਣ, ਅਸਰ ਤਾਂ ਨਹੀਂ ਹੋਣ ਦਿਆਂਗੇ ਕਿ ਅਸੀਂ ਉਸ ਤੋਂ ਬਾਅਦ ਫਟਾਫਟ ਸਰਵਿਸ ਡਿਲੀਵਰੀ ਸ਼ੁਰੂ ਕਰ ਦਿਆਂਗੇ, ਸਾਰਿਆਂ ਨੂੰ ਕੰਪਨਸੇਸ਼ਨ ਠੀਕ ਹੋਏਗੀ, ਬਿਲਕਿਸ ਬਾਨੋ ਤੇ ਰੇਪਿਸਟ ਤੇ ਮਰਡਰਰ ਛੱਡ ਦਿੱਤੇ ਜਾਣਗੇ, ਕੋਈ ਗੱਲ ਨਹੀਂ, ਪਰ ਤੁਹਾਡੇ ਘਰੇ ਰਾਸ਼ਨ ਦਾ ਜਿਹੜਾ ਥੈਲਾ ਹੈ ਮੋਦੀ ਜੀ ਦੀ ਫੋਟੋ ਸਮੇਤ ਉਹ ਟਾਈਮ ਸਿਰ ਲਗਾਤਾਰ ਪਹੁੰਚਦਾ ਰਹੇਗਾ। ਸੋ ਤੁਸੀਂ ਫੈਸਲਾ ਕਰਨਾ ਹੈ ਕਿ ਹੁਣ ਮੈਂ ਸਰਵਿਸ ਡਿਲੀਵਰੀ ਦੇਖਾਂਗੇ, ਆਈਡੀਓਲੋਜੀ ਦੇਖਾਂਗੇ। ਕਿੰਨੇ ਵੱਡੇ ਇਸ਼ੂ ਆਏ, ਡੀਮੋਨੇਟਾਈਜੇਸ਼ਨ ਆਇਆ, ਬਿਲਕੁਲ ਕਿੰਨੇ ਲੋਕਾਂ ਦਾ ਰੁਜ਼ਗਾਰ ਚਲਾ ਗਿਆ, ਕਰੋੜਾਂ ਬੰਦਿਆਂ ਦਾ, ਹੈ ਨਾ। ਇਲੈਕਟੋਰਲ ਆਊਟਕਮ ਕੀ ਹੋਇਆ? ਹਾਂ, ਆਊਟਕਮ ਕੀ ਹੋਇਆ? ਦੂਜੀ ਗੱਲ ਫਿਰ ਕਰੋਨਾ ਆ ਗਿਆ, ਤੈਰਦੀਆਂ ਲਾਸ਼ਾਂ ਦੇਖੀਆਂ, 2.5 ਕਰੋੜ ਜਿਸ ਲੈਵਲ ਦਾ ਸਾਰੇ ਜਿਹੜੇ ਸੂਬੇ 'ਚ ਦੀਆਂ ਲਾਸ਼ਾਂ ਦੇਖੀਆਂ ਉਹ ਸੂਬੇ ਦੇ ਵਿੱਚ ਉੱਥੇ ਵੀ ਹੋ ਯੋਗੀ ਦਿੱਤੇ ਨਾ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਮੈਨੂੰ ਇਹ ਲੱਗਦਾ ਹੈ ਕਿ ਕਈ ਦਫਾ ਲੋਕ ਜ਼ਰੂਰੀ ਜਿਹੜਾ ਫਿਰ ਇੱਕ ਸੈਂਟੀਮੈਂਟ ਹੁੰਦਾ ਹੈ, ਮੈਜੋਰਿਟੇਰੀਅਨ ਸੈਂਟੀਮੈਂਟ, ਹਿੰਦੂਤਵ ਦਾ, ਪ੍ਰਾਈਡ ਦਾ ਜਿਹੜਾ ਸੈਂਟੀਮੈਂਟ ਹੈ ਵੀ ਰਾਜ ਤਾਂ ਤੁਹਾਡਾ, ਚਾਹੇ ਭੁੱਖੇ ਮਰੋ, ਚਾਹੇ ਲਾਸ਼ਾਂ ਦੇ ਰੂਪ ਦੇ ਵਿੱਚ ਜਾਓ, ਚਾਹੇ ਉਹ ਕਾਫੀ ਹੱਦ ਤੱਕ ਲੋਕਾਂ ਨੂੰ ਉਧਰ ਤੋੜਦਾ। ਦੂਜੀ ਗੱਲ ਇਹ ਵੀ ਹੁੰਦੀ ਹੈ, ਐਂਟੀ ਇਨਕੰਬੈਂਸੀ ਆਪਣੇ ਆਪ 'ਚ ਕੁਝ ਨਹੀਂ ਕੰਮ ਕਰਦੀ, ਮੈਨੂੰ ਲੱਗਦਾ ਉਹਨੂੰ ਕੋਈ ਪੇਸ਼ ਵੀ ਕਰਦਾ ਲੋਕਾਂ ਦੇ ਸਾਹਮਣੇ, ਕੋਈ ਜਦੋਜਹਿਦ ਵੀ ਕਰਦਾ, ਕੋਈ ਓਨਰਸ਼ਿਪ ਲੈਂਦਾ ਕਿ ਸਾਹਮਣੇ ਆਲਟਰਨੇਟਿਵ ਹੋ। ਸਾਡੀਆਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਹੁਣ ਇਹ ਕਹਿੰਦੇ ਨੇ ਵੀ ਆਪਾਂ ਵੀ ਇਲੈਕਸ਼ਨ ਵੇਲੇ ਹੀ ਸਰਗਰਮ ਹੋਵਾਂਗੇ। ਪਹਿਲੇ 4 ਸਾਲ ਤੁਸੀਂ ਕੀ ਕਰਦੇ ਹੋ? ਅੱਗੇ ਲੋਕਾਂ ਨੂੰ ਮੋਬਿਲਾਈਜ਼ ਕੀਤਾ ਜਾਂਦਾ ਸੀ ਧਰਨਿਆਂ ਦੇ ਰੂਪ ਚ, ਮੁਜ਼ਾਹਰੇ, ਰੈਲੀ, ਜਾਗਰੂਕ ਕਰਨਾ ਕਿ ਆਹ ਚੀਜ਼ਾਂ ਹੋ ਰਹੀਆਂ ਨੇ, ਅਸੀਂ ਤੁਹਾਡੇ ਨਾਲ ਖੜੇ ਹੋਏ ਆ। ਲੋਕ ਕਿਸੇ ਨੂੰ, ਗਰੀਬ ਬੰਦੇ ਨੂੰ ਇਹ ਵੀ ਤਾਂ ਪਤਾ ਹੋਣਾ ਚਾਹੀਦਾ ਮੇਰੇ ਨਾਲ ਕੋਈ ਖੜਾ ਜਾਂ ਨਹੀਂ ਖੜਾ। ਜੇ ਇਹੀ ਨਹੀਂ, ਕੋਈ ਖੜਾ ਹੀ ਨਹੀਂ ਨਾਲ, ਤਾਂ ਇਹਦੀ ਬਜਾਏ ਇਹੀ ਕਰੋ। ਇਹ ਸਾਰੀਆਂ ਗੱਲਾਂ ਮੈਨੂੰ ਸਮਝ ਆ ਗਈਆਂ, ਇਸ ਕਰਕੇ ਮੈਂ ਹੋਰ ਕਨਫਿਊਜ਼ ਹੋ ਗਿਆ। ਹੁਣ ਮੈਨੂੰ ਇਹ ਦੱਸੋ ਕਿ ਹਿਮਾਚਲ ਵਾਲਿਆਂ ਨੂੰ ਮਤਲਬ ਐਂਟੀ ਇਨਕੰਬੈਂਸੀ ਸਮਝ ਆ ਗਈ, ਉਹਨਾਂ ਨੂੰ ਇਹ ਸਮਝ ਆ ਗਿਆ ਕਿ ਡਬਲ ਇੰਜਨ ਸਰਕਾਰ ਦੀ ਕੋਈ ਲੋੜ ਨਹੀਂ ਹੈ, ਇਹ ਅੱਧੇ ਕੁ ਇੰਜਨ ਵਾਲੀ ਸਰਕਾਰ ਬੈਟਰ ਕੰਮ ਕਰ ਦੇਗੀ ਜੈਰਾਮ ਠਾਕੁਰ ਦੇ ਨਾਲੋਂ। ਉੱਥੇ ਵੀ ਤਾਂ ਪੂਰਾ ਜ਼ੋਰ ਲਾਇਆ ਸੀਗਾ, ਮਤਲਬ ਜੋ ਹਿਮਾਚਲ ਦੇ ਵਿੱਚ ਜਿੰਨੀ ਕਾਰਪੈਟ ਬੌਂਬਿੰਗ ਆਪਣੇ ਸਟਾਰ ਪ੍ਰਚਾਰਕਾਂ ਨਾਲ ਭਾਜਪਾ ਨੇ ਕੀਤੀ ਹੈ, ਕਾਂਗਰਸ ਤੇ ਕਿਧਰੇ ਉੱਥੇ ਵੀ ਦਿਖਾਈ ਨਹੀਂ ਸੀ ਦੇ ਰਹੀ, ਪਹਾੜਾਂ ਦੇ ਵਿੱਚ ਵੀ। अब देखिए हाउ कम उस रिजल्ट को कैसे एक्सप्लेन करोगे? देखिए SP जी, आप तो बहुत सीनियर पत्रकार हैं, फंडिंग होती है उन पार्टी के लिए जो पार्टी इन पावर हो, है ना। कांग्रेस तो पावर में है ही नहीं, सत्ता में है ही नहीं, सारे फैसले ल्यूट्रेटिव ऑफर्स तो सेंट्रल गवर्नमेंट से आती है। ਮੈਨੂੰ ਲੱਗਦਾ तो 2018 ਤੋਂ ਬਾਅਦ ਪਹਿਲੀ ਸਟੇਟ ਹੈ ਜਿਹੜੀ ਕਾਂਗਰਸ ਨੇ ਜਿੱਤੀ ਹੈ, फर्स्ट। अच्छा, स्टेट के पास उतना पैसा नहीं होता, पैसे तो सेंट्रल गवर्नमेंट के पास होती है, वहां तो 2014 से कांग्रेस आउट है ना। 2 चीजें मैं कहना चाहता हूँ एंटी इनकम्बेंसी की, जो हमीर सिंह जी ने भी बात उठाई। देखिए गुजरात में अगर आप फिगर्स देखें, मैं तो फिगर्स देखता हूँ
तो 21 फॉर्मर एमएलएस जो कांग्रेस के थे जी। वो बीजेपी में BJP शामिल चले हुए, गए। उसमें 19 को जीते भी। तो इसमें बहुत सारे जो एमएलए जीते हैं बिल्कुल। वो ओरिजिनली कांग्रेस के हैं। बिल्कुल, बिल्कुल। दूसरी बात कि इन्होंने पूरे काउंसिल ऑफ मिनिस्टर को बदल दिया, हाँ, रातों केवल रात रूपानी को नहीं बदला, सभी पूरे मिनिस्टर सारी को बर्खास्त कर दिया। चीफ मिनिस्टर ਤੇ ਸਾਰੀ ਕੈਬਨਿਟ ਰਾਤੋਂ ਰਾਤ ਬਦਲ उन्होंने ਦਿੱਤੀ बदल ਉਹ दी। ਵਿਚਾਰਿਆਂ ਨੂੰ ਰਾਤੀ ਸੌਣ ਲੱਗਿਆ ਨਹੀਂ ਸੀ ਪਤਾ ਵੀ ਸਵੇਰੇ ਅਸੀਂ ਸੀਐਮ नहीं होवांगे। भूपेंद्र पटेल को कभी सपने में भी नहीं सोचा होगा, पहली बार ये बिल्डर है, पहली बार एमएलए बना था, इसको चीफ मिनिस्टर बना दिया। तो इट बिकेम लाइक नरेंद्र मोदी अस्मिता, इट वाज नरेंद्र मोदी। नरेंद्र मोदी इलेक्शन टू विन। टिकट सारा डिसीजन किसने लिया? अमित शाह जी ने लिया, है ना। यहाँ नड्डा जी ने लिया है, ये भी याद रखिएगा। हिमाचल में नड्डा जी पे वो एक बात आएगी क्योंकि जयराम ठाकुर वाज आल्सो वेरी वीक। तो लीडरशिप की भी ਹਿਮਾਚਲ बात ਦੀ होती ਇਲੈਕਸ਼ਨ है। ਹਰ ਵਾਰੀ ਕਿਸੇ ਨਾ ਕਿਸੇ ਦੀ ਬਲੀ ਲੈ ਜਾਂਦੀ ਹੈ। ਪਿਛਲੀ ਵਾਰੀ ਪ੍ਰੇਮ ਕੁਮਾਰ ਧੂਮਲ ਦੀ ਲੈ ਗਈ ਸੀ, ਇਸ ਵਾਰੀ ਕਿਤੇ ਨੱਡਾ ਜੀ ਦੀ ਨਾ ਲੈ ਜਾਵੇ। अब धूमल साहब को तो इन्होंने खुद ही बलि का अमित जी, बदला ਨਾਲੇ दिया। ਨਾਲੇ ਇਹ ਜੀ। ਵੀ ਇੱਕ ਗੱਲ ਹੈ ਕਿ ਜੀ। ਹਿਮਾਚਲ ਦੀ ਇਲੈਕਸ਼ਨ 'ਚ ਫਿਰ ਵੀ ਕੁਝ ਗੱਲ ਹੁੰਦੀ ਰਹੀ, ਕੁਝ ਨਾ ਕੁਝ ਆਪੋਜੀਸ਼ਨ ਲੀਡਰ ਦੇ ਤੌਰ ਤੇ ਵੀਰਭਦਰ ਸਿੰਘ ਦਾ- ਸਟੇਟ ਲੀਡਰਸ਼ਿਪ ਹੈ ਜਿਹੜੀ ਉਹ ਆਪਣੀ ਗੱਲ ਕਰਦੀ ਰਹੀ ਹੈ। ਅੱਜ ਇੱਕ ਹੋਰ ਗੱਲ ਮੈਨੂੰ ਇਹ ਲੱਗਦਾ ਹੈ ਕਿ ਇੱਕ ਇਹਦੇ ਨਾਲ ਇਹ ਵੀ ਜੁੜੀ ਹੈ ਕਿ ਜਿਹੜਾ ਹਿੰਦੂਤਵ ਦਾ ਇੱਕ ਏਜੰਡਾ ਹੈ ਉਹ ਕੰਟਰਾਸਟ ਰੂਪ ਦੇ ਵਿੱਚ ਜ਼ਿਆਦਾ ਕੰਮ ਕਰਦਾ ਹੈ। ਗੁਜਰਾਤ ਦੇ ਵਿੱਚ ਤਾਂ ਤੁਸੀਂ ਵਰਤਿਆ ਇੱਕ ਕਮਿਊਨਿਟੀ ਉੱਥੇ polarized है। polarized हो गया। मुस्लिम हैं और हिमाचल मुस्लिम है भी हिमाचल नहीं। आओ यही तो मैं बात कर रहा हूँ। और मैं यही गल कर रहा कि हिमाचल 'ਚ ਕੋਈ politics of otherness। ਪੋਲਰਾਈਜ਼ ਕਰਨ ਲਈ ਦੂਸਰੇ ਪਾਸੇ ਫੈਕਟਰ ਨਹੀਂ ਦੂਸਰੇ ਹੈ। ਪਾਸੇ ਫੈਕਟਰ चाहिए ਨਹੀਂ ਹੈ ना। ਜਿਹੜੇ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਉਸ ਰੂਪ सही ਦੇ बात ਵਿੱਚ है, बहुत। ਔਰ ਇਸ ਉਧਰ ਨਹੀਂ ਕਰਕੇ ਗਏ ਇਸ ਕਰਕੇ ਰੇਵੜੀਆਂ ਵੰਡਦੀਆਂ ਪੈਂਦੀਆਂ ਨੇ। ਹਾਂ, ਇਸ ਕਰਕੇ ਜਿਹੜੇ ਬਾਕੀ ਮੋਦੀ ਜੀ ਨੂੰ ਰੇਵੜੀਆਂ ਚੰਗੀਆਂ ਨਹੀਂ ਲੱਗਦੀਆਂ ਉੱਥੇ ਜਾ ਕੇ ਖੁੱਲ ਕੇ ਵੰਡਦੀਆਂ ਪੈ ਰਹੀਆਂ ਸੀ। ਐ ਸੜਕਾਂ ਬੋਰਡਾਂ ਨਾਲ ਭਰੀਆਂ ਕਿ ਸਿਲਾਈ ਮਸ਼ੀਨਾਂ ਦੇਾਂਗੇ, ਸਹੀ ਹੈ। ਸਕੂਟਰੀਆਂ ਦੇਾਂਗੇ, ਬੱਚਿਆਂ ਨੂੰ ਸਾਈਕਲ ਦੇਾਂਗੇ। ਬਟ ਐਕਸਪਲੇਨ ਟੂ ਵਨ ਥਿੰਗ ਕਿ ਇਹ ਵੀ ਹੋ ਸਕਦਾ ਹੈ। ਦੇਖੋ ਤੁਸੀਂ ਲੀਡਰਸ਼ਿਪ ਦਾ ਕ੍ਰਾਈਸਿਸ ਕਹਿੰਦੇ ਹੋ। ਜੈਰਾਮ ਠਾਕੁਰ ਦੇ 5 ਸਾਲਾਂ 'ਚ 7 ਤਾਂ ਚੀਫ ਸੈਕਟਰੀ ਆਏ ਨੇ। ਗੁਜਰਾਤ ਦੇ ਵਿੱਚ ਚੀਫ ਮਿਨਿਸਟਰ ਤੋਂ ਬਾਅਦ ਚੀਫ ਮਿਨਿਸਟਰ ਜਾਂਦਾ ਰਿਹਾ। ਗੁਜਰਾਤ ਇਹ ਸਾਬਿਤ ਕਰਦਾ ਹੈ ਕਿ ਸਟੇਟ ਲੀਡਰਸ਼ਿਪ ਦੀ ਕੋਈ ਵੈਲਿਊ ਨਹੀਂ ਹੈ। ਚੀਫ ਮਿਨਿਸਟਰ ਦਾ ਨਾਮ ਲੋਕ ਨਹੀਂ ਪੁੱਛ ਰਹੇ ਤੇ ਲੋਕ ਵੋਟ ਪਾ ਰਹੇ ਨੇ। ਤੇ ਹਿਮਾਚਲ ਇਹ ਸਾਬਿਤ ਕਰ ਰਿਹਾ ਹੈ ਕਿ ਜੇ ਸਟੇਟ ਲੀਡਰਸ਼ਿਪ ਦੀ ਬਾਰੇ ਕਲੈਰਿਟੀ ਵੀ ਨਹੀਂ ਹੈ ਕਿ ਕਿਸ ਨੇ ਸੀਐਮ ਬਣਨਾ ਹੈ, ਫਿਰ ਵੀ ਅਸੀਂ ਏਜੰਡਾ ਦੇਖ ਕੇ ਪੋਸੀਬਲੀ ਉਹਦੇ ਤੇ ਵੋਟ ਕਰ ਸਕਦੇ ਹਾਂ। ਸੋ ਆਪਸ ਵਿੱਚ ਬਹੁਤ ਸਾਰਾ ਤਜ਼ਾਦ ਹੈ ਕਿ ਇਹ ਤੁਹਾਡੇ ਵਰਗੇ ਜਿਹੜੇ ਇਲੈਕਟੋਰਲ ਆਊਟਕम्स ਨੂੰ ਐਨਾਲਾइज ਕਰਦੇ ਹੋ, ਤੁਸੀਂ ਇਹਨਾਂ ਦਾ ਮੁਤਾਲਿਆ ਕਰਦੇ ਹੋ। देखिए हम लोग तो हमेशा कहते हैं कि भाई स्टेट जो है, राज्य है, ये बहुत बड़ा एक यूनिट के ऑटोनमस यूनिट के रूप में आ रहा है। पिछली बार आपको याद होगा गुजरात में बहुत कड़ा संघर्ष हुआ, आपने खुद ही बोला कि बहुत कांटे का टक्कर था। उसमें लास्ट में मोदी जी गए थे, याद है, केम छो, ज्यादा रैलियां नहीं की थी मोदी जी ने। इस बार तो उन्होंने पूरा जोर लगा दिया, पूरा जोर, हाँ, पूरा जोर लगाया, पूरा जोर। ਉਹ ਜਿਹੜਾ ਰੋਡ इतना ਸ਼ੋ ਹੈ ज्यादा। ਇਲੈਕਸ਼ਨ 50 ਕਿਲੋਮੀਟਰ ਵੋਟਿੰਗ ਡੇ ਵਾਲੇ ਦਿਨ 50 ਕਿਲੋਮੀਟਰ ਲੰਬਾ ਰੋਡ इतना ਸ਼ੋ ज्यादा ਕਰਦਾ जोर लगाया। ਉਹਦੇ 'ਚ ਪਤਾ ਨਹੀਂ ਰਸਤੇ 'ਚ ਸੰਵਿਧਾਨ ਦੀ ਕਿੰਨੀਆਂ ਕੁ ਪਰਚੇ ਉੱਡ ਗਏ ਹੋਣਗੇ, ਕਿਸੇ ਨੇ ਪਰਵਾਹ ਨਹੀਂ ਕੀਤੀ। ਪਰ ਦੈਟ ਬ੍ਰਿੰਗਸ ਮੀ ਹਮੀਰ ਜੀ ਟੂ ਦਿਸ ਕੁਐਸਚਨ। ਦੈਟ ਮੀਨਸ ਹੁਣ ਸਟੇਟਸ ਦੀ ਲੀਡਰਸ਼ਿਪ ਮੈਟਰ ਨਹੀਂ ਕਰਿਆ ਕਰੇਗੀ ਜੇ ਇੱਕ ਪਾਰਟੀ ਦਾ, ਦੇਖੋ ਇੱਕ ਉਹਨਾਂ ਦਾ ਏਜੰਡਾ ਬੜਾ ਕਲੀਅਰ ਸੀ, ਕਾਂਗਰਸ ਮੁਕਤ ਭਾਰਤ। ਉਹਨਾਂ ਨੇ ਦਰਅਸਲ ਹੁਣ ਆਪੋਜੀਸ਼ਨ ਮੁਕਤ ਸਿੰਗਲ ਪਾਰਟੀ ਰੂਲਡ ਸਟੇਟ ਗੁਜਰਾਤ ਨੂੰ ਬਣਾ ਦਿੱਤਾ। ਜਦੋਂ ਤੁਸੀਂ 52.52% ਵੋਟਾਂ ਲੈ ਜਾਂਦੇ ਹੋ ਤਾਂ ਤੁਸੀਂ ਸਿੰਗਲ ਪਾਰਟੀ ਬਣਾਤਾ। ਆਹਿਸਤਾ ਆਹਿਸਤਾ ਉਹ ਕੰਟਰੀ ਦੇ ਵਿੱਚ ਵੀ ਇਹੀ ਨਿਸ਼ਾਨਾ ਹੈ ਕਿ ਬੇਸਿਕਲੀ ਇੱਕ ਸਿੰਗਲ ਪਾਰਟੀ ਸਟੇਟ ਬਣ ਜਾਵੇ। ਆਲਮੋਸਟ ਸਾਰੇ ਆਟੋਕ੍ਰੈਟਿਕ ਲੀਡਰਸ ਉਧਰ ਨੂੰ ਹੀ ਜਾ ਰਹੇ ਨੇ। ਜਿਹੋ ਜਿਹਾ ਸਾਡਾ ਕੰਟਰੀ ਹੈ, ਜਿੰਨੀ ਬਨਸਬਨਤਾ ਇੱਥੇ ਹੈਗੀ ਹੈ ਤੇ ਉਹ ਐਵੇਂ ਚੱਲੇਗਾ ਨਹੀਂ। ਇੱਕ ਸਮੇਂ ਇੰਦਰਾ ਗਾਂਧੀ ਨੇ ਵੀ ਟਰਾਈ, ਬਣਿਆ ਨਹੀਂ ਪਿਆ। ਇੰਦਰਾ ਗਾਂਧੀ ਨੇ ਵੀ ਟਰਾਈ ਕੀਤੀ ਕਿ ਸਿੰਗਲ ਪਾਰਟੀ ਰੂਲ ਉੱਥੋਂ ਹੀ ਹੋਵੇ, ਕਿ ਆਪਣੇ ਇੱਥੇ ਲਿਆ ਕੇ ਮਤਲਬ ਸਾਡੇ ਦਰਬਾਰਾ ਸਿੰਘ ਦੇ ਉਹ ਕਹਿੰਦੇ ਨੇ ਵੀ ਕੰਨ ਤੇ ਰੱਖ ਕੇ ਸਮਝੌਤਾ ਕਰਾ ਲਿਆ ਕਿ ਕੁਝ, ਪਰ ਉਹ ਰਿਐਕਸ਼ਨ ਹੁੰਦਾ ਹੈ। ਔਰ ਮੈਨੂੰ ਲੱਗਦਾ ਕਿ ਬੀਜੇਪੀ ਕਾਂਗਰਸ ਵਾਲੀ ਟਰਮਸ ਤੇ ਤਾਂ ਨਹੀਂ ਚੱਲ ਰਹੀ ਕਿ ਆਪਣੀ ਸਟੇਟ ਲੀਡਰਸ਼ਿਪ ਬਿਲਕੁਲ ਵੀਕ ਕਰ ਦਿਓ, ਔਰ ਜਦੋਂ ਵੀਕ ਹੋ ਜਾਏਗੀ ਉਦੋਂ ਖੜੀ ਹੋਣ ਜੋਗੀ ਨਾ ਰਹੇ ਉਸ ਤੋਂ ਬਾਅਦ। एसपी जी, चुनाव ये मध्य प्रदेश में किस पार्टी ने जीता था बताइए? ਤੇ ਸਰਕਾਰ ਕਿਹਦੀ ਬਣੀ ਸੀ? महाराष्ट्र में किसकी सरकार बनी थी? हाँ। तो ऐसा नहीं है। देखिए जो केंद्रीय स्तर पर जो लोकसभा का चुनाव हो रहा है और जो विधानसभा का ਹਿਮਾਚਲ ਦੇ ਵਿੱਚ ਸੌ ਚੁੱਕ ਲੈਣ ਤੋਂ ਬਾਅਦ ਵੀ ऐसा नहीं 6 है ਮਹੀਨਿਆਂ ਬਾਅਦ ਜਾਂ ਸਾਲ ਬਾਅਦ ਪਤਾ ਨਹੀਂ ਕੌਣ ਸੀ बहुत सारे ਪਾर्टी ਦਾ ਹੋਵੇ। वेस्ट बंगाल में कौन सी पार्टी जीती, बिहार में कौन सी पार्टी जीती, तो ऐसा कहना। पर महाराष्ट्र में भी उस समय शिवसेना साथ थी बीजेपी के साथ, बिहार में भी जेडीयू साथ। पर ये भी कोई पहला एजेंडा अच्छा, नहीं। 5 साउथ इंडियन स्टेट्स हैं, उसमें सिर्फ 1 स्टेट में बीजेपी है, बस कर्नाटक में। 4 स्टेट में बीजेपी नहीं है ਅਭੀ ਲੱਗਦਾ ਪਤਾ। ਪਰ ਮੈਨੂੰ ਲੱਗਦਾ ਪਹਿਲੀ ਵਾਰ ਨੇ ਇਹ ਜਿਹੜਾ ਇਰਾਦਾ ਤਾਂ ਉਦੋਂ ਪਹਿਲਾਂ ਦਾ ਹੀ ਰਿਹਾ। 77 ਚ ਜਨਤਾ ਪਾਰਟੀ ਆਈ, 9 ਸਟੇਟਾਂ ਦੀਆਂ ਗਵਰਨਮੈਂਟਾਂ ਤੋੜੀਆਂ, 80 ਚ ਫਿਰ ਕਾਂਗਰਸ
ਤਾਨਾਸ਼ਾਹੀ ਨਾ ਉਹਨਾਂ ਨੇ ਤੋੜ ਦਿੱਤੀ। ਉਦੋਂ 356 ਦਾ ਤਰੀਕਾ ਸੀ, ਹੁਣ ਤਰੀਕਾ ਬਹੁਤ ਹੋਰ ਤਰ੍ਹਾਂ ਦਾ ਬਦਲ ਲਿਆ। ये चलता रहता है। मतलब केवल ਤਰੀਕਾ ਖਤਰਨਾਕ ਹੈ। मतलब वो अप्रोच ਤਾਂ ਰਹੀ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਕੋਈ ਹਾਂ, ਇਹ ਹੋ ਗਿਆ। ਆਸ਼ੂਤੋਸ਼ ਜੀ, ਟੇਕ ਦਿਸ ਕੁਐਸਚਨ ਦੈਨ, ਫਿਰ ਇਹਦਾ ਮਤਲਬ ਕੀ ਇਥੋਂ ਜੇ ਏਜੰਡਾ ਉਸ ਤਰ੍ਹਾਂ ਦਾ ਚੱਲ ਰਿਹਾ ਹੈ ਦੇਸ਼ ਦੇ ਵਿੱਚ, ਲਾਰਜਰ ਨੈਰੇਟਿਵ ਇੱਕ ਮੈਟਾ ਨੈਰੇਟਿਵ ਹੈ, ਇੱਕ ਸਟੇਟਸ ਦੇ ਵਿੱਚ ਨੈਰੇਟਿਵ ਹੈ। ਦੇਖੋ ਜਿਹੜਾ ਦੇਸ਼ ਦਾ ਮੈਟਾ ਨੈਰੇਟਿਵ ਹੈ ਉਹ ਹਿਮਾਚਲ ਦੇ ਉੱਤੇ ਵੀ ਲਾਗੂ ਹੁੰਦਾ, ਪਰ ਇੱਕ ਲੋਕਲ ਨੈਰੇਟਿਵ ਹੈ ਕਿ 올ਡ ਪੈਨਸ਼ਨ ਸਕੀਮ ਦਿਆਂਗੇ, ਸੇਬਾਂ ਦੀ ਲੌਬੀ ਦੀਆਂ ਆਪਣੀਆਂ ਪ੍ਰੋਬਲਮਸ ਹੈਗੀਆਂ ਨੇ। ਇੱਕ ਅਡਾਨੀ ਉੱਥੇ ਜਿਹੜਾ ਉਹ NDTV ਮੂੰਹ ਨਿਕਲਣ ਲੱਗਾ ਸੀ, ਇੱਕ ਜਿਹੜਾ ਅਡਾਨੀ ਸਾਹਿਬ ਦਾ ਉੱਥੇ ਸੇਬਾ ਖਰੀਦਣ ਦਾ ਧੰਦਾ ਹੈਗਾ, ਉਹਨੇ ਵੀ ਕੁਝ ਲੋਕਾਂ ਨੂੰ ਨਾਰਾਜ਼ ਕੀਤਾ ਹੋਇਆ। ਇਹ ਹੋ ਸਕਦਾ ਕੱਲ ਨੂੰ ਕਿ ਸਟੇਟ ਲੈਵਲ ਦੇ ਉੱਤੇ ਭਾਵੇਂ ਸਟੇਟ ਪਾਰਟੀਆਂ ਕਿਤੇ ਜਿੱਤਦੀਆਂ ਵੀ ਰਹਿਣ, ਜਿਸ ਵੇਲੇ ਇਹਨਾਂ ਹੀ ਲੋਕਾਂ ਨੂੰ ਨੈਸ਼ਨਲ ਲੈਵਲ ਦੇ ਉੱਤੇ ਵੋਟਾਂ ਪਾਉਣ ਲਈ ਕਿਹਾ ਜਾਵੇਗਾ ਤਾਂ ਉੱਥੇ ਸ਼ਾयद ਚॉइस ਉਹਨਾਂ ਦੀ ਮੋਦੀ ਜੀ ਹੋਣਗੇ। देखिए ये हमारे जो इलेक्शंस है ना, हालांकि हमारा पार्लियामेंट्री सिस्टम है, पर ये हो गया प्रेसिडेंशियल सिस्टम। 2 रजिस्टर होते हैं लोगों के पास। जब लोकसभा का चुनाव होगा वहां पे मोदी एडवांटेज रहेगा, स्टेट पे उतना ज्यादा नहीं रहता। स्टेट में भी एडवांटेज है, ऐसा नहीं कह सकते कि हिमाचल में मोदी कारण ਸਟੇਟ ਵਿੱਚ ਕਾਂਗਰਸ ਚੁਣਨ ਵਾਲੇ ਕੱਲ ਨੂੰ ਹੁਣ ਇਲੈਕਸ਼ਨ ਦੇਸ਼ ਦੇ ਲੈਵਲ ਦੀ ਹੋ ਜਾਵੇ ਤਾਂ ਮੋਦੀ ਜੀ ਨੂੰ ਵੋਟਾਂ ਪਾ ਸਕਦੇ ਨੇ। पा सकते हैं। हिमाचल में क्या हुआ, 4 की 4 सीटें 69% ਬੀਜੇਪੀ ਦਾ ਵੋਟ ਸ਼ੇਅਰ ਸੀ 2019 ਦੇ ਵਿੱਚ, 69%। 69% थी। ਉਸ ਹਿਸਾਬ ਨਾਲ ਜੇ ਨਾਪੀਏ ਤੇ ਬੀਜੇਪੀ ਦੀ ਹਾਰ ਬਹੁਤ ਵੱਡੀ ਹੈ। ਮਤਲਬ ਉਹ ਕਹਿ ਰਹੇ ਨੇ ਕਿ ਕਾਂਗਰਸ ਕਿੰਨਾ ਕਹਿ ਰਹੇ ਨੇ 43.9% ਤੇ 43% ਦਾ ਫਰਕ ਹੈ, ਸੋ 1% ਤੋਂ ਘੱਟ ਦਾ ਫਰਕ ਹੈ। ਪਰ ਜੇ ਧਿਆਨ ਨਾਲ ਸੋਚੋ ਤੇ 69% ਤੋਂ ਡਿੱਗ ਕੇ ਭਾਜਪਾ 43% ਤੇ ਆਈ ਹੈ। ਲੋਕਾਂ ਦਾ ਇਹ ਕਹਿਣਾ, ਜਿਹੜੇ ਆਸ਼ੂਤੋਸ਼ ਜੀ ਵਰਗੇ ਐਨਾਲਿਸਟ ਨੇ, ਕਿ 69 ਤੋਂ ਉਹ 43 ਤੇ ਨਹੀਂ ਡਿੱਗੀ ਹੈ। ਤੁਸੀਂ ਨੈਸ਼ਨਲ ਲੈਵਲ ਦੀ VOTING ਕਰਾਓ ਦੁਬਾਰਾ, ਅੱਜ ਜਨਰਲ ਇਲੈਕਸ਼ਨ ਹੋ ਜਾਣ, ਉਹ ਵੋਟ ਸ਼ੇਅਰ ਬੀਜੇਪੀ ਦਾ ਉੱਥੇ ਉਹ ਪ੍ਰੋਟੈਕਟਡ ਹੈ। ਨਹੀਂ, ਮੈਨੂੰ ਨਹੀਂ ਲੱਗਦਾ ਪੂਰੀ ਤਰ੍ਹਾਂ ਪ੍ਰੋਟੈਕਟਡ ਹੁੰਦਾ। ਜੋ ਓਵਰਆਲ ਅਸੀਂ ਦੇਖੀਏ, ਬਿਹਾਰ ਦਾ ਦੇਖ ਲਓ ਤੁਸੀਂ, ਔਰ ਇਹਦੇ ਮੁਕਾਬਲੇ ਹੋਰ ਵੀ ਦੇਖ ਲਓ, ਪੰਜਾਬ 'ਚ ਵੀ ਦੇਖੋ ਜਾਂ ਹਰਿਆਣਾ 'ਚ ਵੀ ਦੇਖੋ, ਕੋਈ ਜ਼ਰੂਰੀ ਉੱਥੇ ਨਹੀਂ, ਇਹ ਠੀਕ ਹੈ ਪ੍ਰੋਟੈਕਟਡ ਹੈ, ਪਰ 69 ਹੀ ਪ੍ਰੋਟੈਕਟਡ ਹੈ, ਉਹਨੇ ਲੋਕ ਵੋਟ ਪਾਉਣਗੇ, ਇਹ ਚੀਜ਼ਾਂ ਤਾਂ ਨਹੀਂ ਹੁੰਦੀਆਂ। ਉਹ ਜਿਹੜੇ ਗੱਲ ਕਰ ਰਹੇ ਸੀ 2 ਰਜਿਸਟਰ ਨੇ, ਉਹ ਗੱਲ ਸੱਚ ਹੈ। ਹਾਂ, 2 ਰਜਿਸਟਰ ਤਾਂ ਹੈ, ਉਹ ਠੀਕ ਹੈ। ਕਰਨਾਟਕ ਦੇਖੀਏ, ਉੜੀਸਾ ਦੇਖੀਏ। ਅੱਜ ਵੀ ਜੇਕਰ ਅਸੀਂ ਕੰਟਰੀ ਦੀ ਗੱਲ ਕਰਦੇ ਹਾਂ ਤੇ ਕੰਟਰੀ 'ਚ ਬੀਜੇਪੀ ਅਜੇ ਇਹ ਤਾਂ ਨਹੀਂ ਉਨੀਆਂ ਹੀ ਵੋਟਾਂ ਦੂਜੀਆਂ ਪਾਰਟੀਆਂ ਲੈ ਕੇ ਬੈਠੀਆਂ ਹੋਈਆਂ ਨੇ ਪਾਰਲੀਮੈਂਟ 'ਚ ਵੀ। ਉਹ ਅਲੱਗ ਗੱਲ ਹੈ ਕਿ ਇੰਨੀਆਂ ਟੁੱਟ ਗਈਆਂ ਰੀਜਨਲ ਗਰੁੱਪ ਨੇ, ਜਿੰਨੀਆਂ ਰੀਜਨਲ ਪਾਰਟੀਆਂ ਨੇ। ਤੁਸੀਂ ਦੇਖੋ ਕਿ ਪੱਛਮੀ ਬੰਗਾਲ ਹੈ, ਪੱਛਮੀ ਬੰਗਾਲ ਦੇ ਵਿੱਚ ਵੀ ਰੀਜਨਲ ਪਾਰਟੀ ਹੈ, ਤਾਮਿਲਨਾਡੂ ਦੇ ਵਿੱਚ ਵੀ ਰੀਜਨਲ ਪਾਰਟੀ ਹੈ, ਬਾਕੀ ਵੀ ਕਿੰਨੀਆਂ ਰੀਜਨਲ ਬਹੁਤ ਸਾਰੀ ਪਾਰਟੀਆਂ ਹੈ, ਔਰ ਉਹਨਾਂ ਦਾ ਸਟੇਟ ਲੈਵਲ ਤੇ ਤਾਂ ਆਪਣਾ ਦਬਦਬਾ ਹੈ, ਪਰ ਉਹ ਕੋਆਰਡੀਨੇਟ ਨਹੀਂ ਹੋ ਪਾ ਰਿਹਾ ਕਿਸੇ ਵੀ ਰੂਪ ਦੇ ਵਿੱਚ ਉੱਪਰ ਜਾ ਕੇ ਕਿ ਉਹ ਕਿਸੇ ਲੈਵਲ ਤੇ ਬਣ। ਹਾਂ, ਜੇ ਉਹਨਾਂ ਨੂੰ ਇਹ ਲੱਗੂਗਾ ਨੈਸ਼ਨਲ ਲੈਵਲ ਤੇ ਕਿ ਕੋਈ ਇਹੋ ਜਿਹਾ ਗਰੁੱਪ ਬਣ ਰਿਹਾ ਜਿਹੜਾ ਕੰਪੀਟ ਕਰ ਸਕਦਾ, ਕਿਸੇ ਤਰੀਕੇ ਨਾਲ ਵੋਟ ਡਿਵਰਟ ਹੋਏਗੀ, ਨਹੀਂ ਤਾਂ ਨਹੀਂ ਡਿਵਰਟ ਹੋਏਗੀ। ਸਟੇਟ ਲੈਵਲ ਦੀ ਆਪੋਜੀਸ਼ਨ ਨੂੰ ਇੰਟਰਲਿੰਕ ਕਰਕੇ ਇੱਕ ਨੈਸ਼ਨਲ ਅਲਟਰਨੇਟਿਵ ਬਣਦਾ ਦਿਖਾਈ ਦੇਵੇ ਤਾਂ ਫਿਰ ਉਹ ਸੈਕੰਡ ਵੋਟ ਵੀ बदल जाती है। मैं आपको फिगर बताता हूँ, पिछले 30 सालों में जो नॉन बीजेपी नॉन कांग्रेस पार्टीज का वोट प्रतिशत 40% से कम नहीं रहा है। आप देख लीजिए 14% नॉन बीजेपी, हाँ, नॉन बीजेपी नॉन कांग्रेस दोनों तो हटा दीजिए, तब भी 40% इनके वोट आए। आप देख लीजिए फिगर। चलो, मैं ये तैनाती उनकी कोई जगह ही नहीं। अगले सैगमेंट ਵਿੱਚ ਜਾ ਰਿਹਾ। ਤੁਸੀਂ ਕਿੰਨੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਨਾਮ ਲੈ ਦਿੱਤਾ, ਨਾਨ ਬੀਜੇਪੀ ਨੌਨ ਕਾਂਗਰਸ ਵਗੈਰਾ। ਮੇਨ ਪੋਲੀਟੀਕਲ ਪਾਰਟੀ ਤੁਸੀਂ ਛੱਡ ਦਿੱਤੀ ਹੈ। ਇੱਕ ਵਾਰੀ ਮੈਂ ਉਹ ਫੈਕਟਰ ਵਿੱਚ ਲਿਆਂਦਾ ਤੇ ਤੁਹਾਡੀਆਂ ਸਾਰੀਆਂ ਕੈਲਕੂਲੇਸ਼ਨ ਉੱਡ ਜਾਣੀਆਂ ਨੇ। ਨਾ ਤੁਸੀਂ CBI ਦੀ ਗੱਲ ਕਰ ਰਹੇ ਹੋ, ਨਾ ED ਦੀ ਗੱਲ ਕਰ ਰਹੇ ਹੋ, ਤੇ ਮੇਜਰ ਪੋਲੀਟੀਕਲ ਪਾਰਟੀਆਂ ਜਿਹੜੀਆਂ ਇਨਵੋਲਵ ਹੁੰਦੀਆਂ ਨੇ ਦੇਸ਼ ਦੀਆਂ ਇਲੈਕਸ਼ਨਾਂ ਦੇ ਵਿੱਚ, ਐਨਫੋਰਸਮੈਂਟ ਡਾਇਰੈਕਟੋਰੇਟ, ED ਨਹੀਂ, बीजेपी ਤੇ ਆਮ ਆਦਮੀ ਪਾਰਟੀ ਵਗੈਰਾ ਦੂਸਰੀਆਂ ਪਾਰਟੀਆਂ ਉਹ ਵੀ ਹੈਗੀਆਂ ਨੇ। ਵੈਸੇ ਕੋਈ ਐਡੀ ਗਲਤੀ ਵਾਲੀ ਗੱਲ ਨਹੀਂ ਹੈਗੀ, ਪਰ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਹੋਰ ਕਰਨੀ ਚਾਹ ਰਿਹਾ ਆਸ਼ੂਤੋਸ਼ ਜੀ। ਮੈਂ ਇਹ ਹਿਮਾਚਲ ਦੇ ਇਲੈਕਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਤੁਸੀਂ ਕਈ ਡੈਮੋਗ੍ਰਾਫਿਕਸ ਤੋਂ ਦੇਖਦੇ ਹੋ, ਅਪਰ ਹਿਲ ਰੀਜਨ, ਲੋਅਰ ਹਿਲ ਰੀਜਨ ਹੈ ਨਾ, ਕਾਂਗੜਾ ਰੀਜਨ ਤੋਂ ਕਿੰਨੇ ਆ ਗਏ, ਔਰ ਸ਼ਿਮਲਾ 올ਡਰ। ਇੱਕ ਰੀਜਨ ਥੋੜਾ ਮਿਸ ਹੋ ਰਿਹਾ ਸੀ, ਉਹ ਮੈਂ ਦੇਖ ਰਿਹਾ ਸੀ ਵੀ 68 ਲੋਕਾਂ ਦੀ ਇਹ ਅਸੈਂਬਲੀ ਹੈ ਤੇ ਇੱਕ ਔਰਤ ਟੋਟਲ ਚੁਣੀ ਗਈ ਆ। ਹੁਣ 68 ਲੋਕਾਂ ਦੀ ਅਸੈਂਬਲੀ ਦੇ ਵਿੱਚ ਹਿਮਾਚਲ, ਜਿੱਥੇ ਵਿਮਨ ਵਰਕ ਫੋਰਸ देश ਦੇ ਵਿੱਚ हाईएस्ट है, विमेन इन लेबर वर्क फोर्स। मैं बैठा था जी, तो वहाँ पे बात हो रही थी, नाम नहीं लेना चाहता, मणिपुर, मेघालय जी। मणिपुर में एक भी MLA वुमेन नहीं है, जबकि वो मैट्रिलिनियल सोसाइटी है। मैट्रिलिनियल सोसाइटी, मैट्रिलिनियल सोसाइटी है। ਉੱਥੇ ਤੱਕ ਪੈਟਰੀਆਰਕੀ ਨਹੀਂ ਹੈਗੀ। ਹੁਣ ਤੁਸੀਂ ਇਹ ਦੇਖੋ ਵੀ ਇਹ BJP ਦੀ ਰੀਨਾ ਕਸ਼ਯਪ ਨੇ ਜਿਹੜੇ ਪਛਾੜ ਤੋਂ ਨੇ ਤੇ ਜਿਨ੍ਹਾਂ ਨੇ ਕਾਂਗਰਸ ਦੇ ਦਿਆਲ ਪਿਆਰੀ ਨੂੰ ਹਰਾਇਆ। ਟੋਟਲ 21 ਨੇ ਚੋਣ ਲੜੀ, ਬਟ ਸਟੋਰੀ ਇਸ ਤੋਂ ਵੱਡੀ ਹੈ। 2017 ਵਿੱਚ 4 ਸੀਗੀਆਂ। ਦਾ ਲਾਰਜਰ ਸਟੋਰੀਜ਼ ਕਿ ਹੁਣ ਤੱਕ ਟੋਟਲ ਕਿੰਨੀਆਂ ਮਹਿਲਾਵਾਂ ਰਹੀਆਂ ਨੇ, ਜੇ ਤੁਸੀਂ ਉਹ ਫਿਗਰਸ ਵੀ ਦੇਖੋ ਉਹ ਵੀ ਦਿਲ ਤੋੜਨ ਵਾਲੀਆਂ ਨੇ। महिला अल्पसंख्यक दोनों को देखिए, अल्पसंख्यक क्यों छोड़ रहे हैं? ਤੁਸੀਂ ਲੈਟਸ ਗੋ ਟੂ ਦਾ ਬਿਗਰ ਟੋਟल्स। 1967 ਤੋਂ
ਹਿਮਾਚਲ ਦੀ ਫਾਰਮੇਸ਼ਨ ਤੋਂ ਚੱਕ ਲੈਂਦੇ ਆ 1967 ਤੋਂ ਲੈ ਕੇ ਅੱਜ ਤੱਕ 15 ਇਲੈਕਸ਼ਨਾਂ ਹੋਈਆਂ ਨੇ हाँ जी ਟੋਟਲ 43 ਵਿਮਨ ਬਣੀਆਂ ਨੇ अच्छा बस ਬਸ ਮੈਂ ਥੋੜਾ ਹੋਰ ਇੰਪਰੂਵ ਕਰ ਦਿਆਂ ਐਕਚੁਅਲੀ 20 ਬਣੀਆਂ ਨੇ ਉਹ 43 ਮੈਂ ਤਾਂ ਕਿਹਾ ਹੈ ਕਿਉਂਕਿ ਵਿਦਿਆ ਸਟੋਕਸ 8 ਵਾਰੀ ਬਣੀ ਆਸ਼ਾ ਕੁਮਾਰੀ 6 ਵਾਰੀ ਬਣੀ ਸਰਵੀਨ ਚੌਧਰੀ 4 ਵਾਰੀ ਬਣੀ ਫਿਰ ਤਿੰਨ ਵਾਲੇ ਨੇ ਵਿਪਲਵ ਠਾਕਰ ਚੰਦਰੇਸ਼ ਕੁਮਾਰੀ ਸ਼ਿਆਮਾ ਸ਼ਰਮਾ ਫਿਰ ਦੋ ਵਾਰੀਆਂ from families ਹੈ they came from political families Vidya Stokes came from political families. Asha Kumari comes from political families. Chaudhary's come. Viplav Thakur comes from political They are families. elite. So total 43 women ਨੇ ਅਸਲ ਵਿੱਚ 20 women ਨੇ 15 ਇਲੈਕਸ਼ਨਾਂ 1967 ਤੋਂ ਲੈ ਕੇ ਟੋਟਲ 20 women ਗਈਆਂ ਨੇ ਤੇ ਅੱਜ ਇੱਕ ਮਹਿਲਾ ਅੰਦਰ ਬੈਠੀ ਹੋਏਗੀ ਤੇ 67 ਆਦਮੀ ਬੈਠੇ ਹੋਣਗੇ ਤੇ ਇਸ ਦੇਸ਼ ਦੇ ਭਵਿੱਖ ਤੇ ਮੈਨੂੰ ਪਤਾ ਵੀ ਉਹ ਨਾਰੀ ਐਮਪਾਵਰਮੈਂਟ ਬਾਰੇ ਨਾਰੀਵਾਦੀ ਸਮਾਜ ਬਣਾਉਣ ਬਾਰੇ ਖੁੱਲੀਆਂ ਤੇ ਬੜੀਆਂ ਸਪਸ਼ਟ ਵਿਚਾਰਾਂ ਵੀ ਹੋਣਗੀਆਂ ਤੇ ਨਾਰੀ ਦਿਵਸ ਵੀ ਮਨਾਇਆ ਜਾਏਗਾ ਉੱਥੇ ਮੁੱਖ ਮੰਤਰੀ ਸੋਹਣਾ ਜਿਹਾ ਭਾਸ਼ਣ ਵੀ ਦੇਣਗੇ ਹਾਊ ਕਮ ਕਿ ਇਸ ਰਾਜਨੀਤੀ ਨੂੰ ਕੋਈ ਐਡਰੈਸ ਨਹੀਂ ਕਰਦਾ ਇਹਦੀ ਓਨਰਸ਼ਿਪ ਕਿਸ ਕੋਲ ਹੋਏਗੀ ਇਹਦੀ ਰਾਜਨੀਤੀ ਇਹ ਭਾਜਪਾ ਦਾ ਮੁੱਦਾ ਹੈ ਕਿ ਆਪ ਦਾ ਮੁੱਦਾ ਕਿਹਦਾ ਮੁੱਦਾ ਇਹ ਕੁਐਸਚਨ ਉਦੋਂ ਖੜੇ ਹੋਣੇ ਚਾਹੀਦੇ ਨੇ ਜਦੋਂ ਭਾਜਪਾ ਵੀ ਇਹ ਕਹਿੰਦੀ ਹੈ ਕਿ ਅਸੀਂ ਔਰਤਾਂ ਨੂੰ ਆਜ਼ਾਦ ਕਰਾ ਰਹੇ ਹਾਂ ਮੁਸਲਮ ਔਰਤਾਂ ਨੂੰ ਬੁਰਕੇ ਦੇ ਮਾਮਲੇ ਦੇ ਵਿੱਚ 3 ਤਲਾਕ ਮਾਮਲੇ ਦੇ ਵਿੱਚ ਕਾਨੂੰਨ ਲਿਆ ਕੇ ਬਾਕੀ ਦੇ ਮਾਮਲੇ 'ਚ ਤਾਂ ਤੁਸੀਂ ਟਿਕਟਾਂ ਕਿਉਂ ਨਹੀਂ ਦਿੰਦੇ ਇਹ ਤਾਂ ਹਿੰਦੂ ਔਰਤਾਂ ਨੂੰ ਆਜ਼ਾਦ ਕਰਾ ਲੈਣ ਬੜੇ ਧੰਨਵਾਦੀ ਹੋਵਾਂਗੇ ਮੁਸਲਿਮ ਔਰਤਾਂ ਲਈ ਲੜਨਾ ਟੀਐਮਸੀ ਕੱਲੀ ਇਹ ਕਹਿੰਦੀ ਹੈ ਵੀ ਸਾਡੇ ਪਾਰਲੀਮੈਂਟ 'ਚ 36% ਨੇ ਮਤਲਬ ਸਾਡੀਆਂ ਹਰ ਲక్ష్ਮੀ निधि सम्मान इसे लिए रिजर्वेशन का मुद्दा ਜਿਹੜਾ ਪਾਰਲੀਮੈਂਟ 'ਚ ਲਟਕਿਆ ਪਿਆ इसका सीधा जवाब है आप किसी पॉलिटिशियन से पूछिए है ना वो कहेंगे देखो जी जब हम टिकट देते हैं ना तो विनेबिलिटी फैक्टर देखते हैं तो हम इसलिए नहीं देते जो जबकि अगर आप डेटा देखें ये हिमाचल ਨੂੰ ਗੱਲ ਕਰਨ ਵਾਲੀ ਗੱਲ ਹੈ ਕਿ ਤੁਸੀਂ ਟਿਕਟਾਂ ਦਿੰਦੇ ਹੋ ਤੇ ਕੋਈ ਵੂਮਨ ਜਿੱਤ ਨਹੀਂ ਸਕਦੀ ਇਹ ਕਹਿ ਰਹੇ ਹੋ ਹਿਮਾਚਲ ਦੀ ਵੂਮਨ नहीं बाकी सारे जितने वाले होते हैं बहुत बढ़िया परसेंटेज है अगर उनको टिकट दिया जाता है निर्जा जयाल का आप स्टडी देखिए विमेन को अगर आप टिकट देते हैं तो उनकी चांसेस कंपैरेटिवली ज्यादा है नीरजा गोपाल जयाल का बेहतर है नीरजा जयाल था रिप्रेजेंटिंग इंडिया पढ़िए बिल्कुल उन्होंने पूरा फिगर दिया और जबकि ऑन एन एवरेज 1952 से लोकसभा जितनी बनी है 17 लोकसभा विमेन का रिप्रेजेंटेशन 8% 9% से ज्यादा नहीं है एवरेज अभी तो करीब 12-13% है पर ऐसे 8% 9% एक दूसरा कि हमीर जी मैं दिख रहा सी भी ਜਿਹੜੇ ਬੰਦੇ ਜਹਾਨ ਤੋਂ ਕੂਚ ਕਰ ਗਏ ਉਹਨਾਂ ਨੇ ਸੁਣਿਆ ਬੜਾ ਰੋਲ ਨਿਭਾਇਆ ਇਹਨਾਂ ਇਲੈਕਸ਼ਨਾਂ ਦੇ ਵਿੱਚ ਉੱਥੇ ਕਹਿੰਦੇ ਅਹਿਮਦ ਪਟੇਲ ਨਹੀਂ ਹੈਗੇ ਸੀ ਇਸ ਦਾ ਫਰਕ ਪੜ ਗਿਆ ਹੈ ਨਾ ਇੱਥੇ ਵੀਰਭਦਰ ਜੀ नहीं हैगे सी ਉਹਦਾ फर्क पै रहा है हाँ ऐसा क्लेम कर रहे हैं हाँ जो लोग चले गए जबकि वीरभद्र सिंह ने 2019 में कैंपेनिंग किया था तब भी 4 सीटें हारे थे सर वो ਉਹਨਾਂ ਦਿਨਾਂ ਦੇ ਵਿੱਚ ਨਾ ਉਹਨਾਂ ਦਿਨਾਂ 'ਚ ਤੁਹਾਨੂੰ ਯਾਦ ਹੈ ਕੀ ਨਾਂ ਸੀ ਉਹਨਾਂ ਦਾ ਜਿਹੜੇ सभी से दुखी थे नहीं उम्मीदवारों से ਉਹ ਵਿਜੇ ਸਿੰਘ ਮਨਕੋਟੀਆ ਉਹ ਉਸ ਵੇਲੇ ਵੀਰਭਦਰ ਸਿੰਘ ਜੀ ਦੀਆਂ ਤੇ ਉਹਨਾਂ ਦੀ ਵਾਈਫ ਦੀਆਂ ਆਡੀਓ ਟੇਪਸ ਰਿਲੀਜ਼ ਕਰ ਰਹੇ ਸੀਗੇ ਇੱਕ ਬਿਊਰੋਕਰੈਟ ਦੇ ਨਾਲ ਜਿਹਦੇ ਤੇ FIR ਦਰਜ ਹੋਈ ਬਕਾਇਦਾ ਉਹ ਖੈਰ ਹਾਈ ਕੋਰਟ ਨੇ ਐਕਵਿਟ ਕਰ ਦਿੱਤਾ ਹੈ ਉਹ ਵੱਖਰੀ ਗੱਲ ਹੈ ਐਕਵਿਟਲ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਉਹ ਤੁਸੀਂ ਗੱਦੇ 'ਚ 3 ਕਰੋੜ ਰੁਪਈਆ ਭਰ ਕੇ ਵੀ ਐਕਵਿਟ ਹੋ ਜਾਂਦੇ ਹੋ ਜਿੱਤ ਵੀ ਗਏ ਨੇ ਉਹਨਾਂ ਦੇ ਫਰਜ਼ੰਦ ਜਿਹੜੇ ਨੇ ਇਸ ਵਾਰੀ ਵੀ ਜਿੱਤੇ ਨੇ ਬਟ ਹਮੀਰ ਜੀ ਕੁਝ ਮੁੱਦੇ ਕਿਉਂਕਿ ਉਹ ਅਸੀਂ ਬਾਰ-ਬਾਰ ਸ਼ਿਕਾਇਤ ਕਰਦੇ ਹਾਂ ਕਿ ਉਹ ਉਹਨਾਂ ਦੀ ਗੱਲ ਹੋਣੀ ਰਹਿ ਗਈ ਹੈ ਇਹਨਾਂ ਇਲੈਕਸ਼ਨਾਂ ਦੇ ਵਿੱਚ ਉਹ ਪ੍ਰੋਬਲਮ ਦਿੰਦੇ ਨੇ ਉਹ ਇਹ ਨੇ ਕਿ ਗੁਜਰਾਤ ਦੇ ਵਿੱਚ ਹੁਣ ਵੱਖ-ਵੱਖ ਆਈਡੀਓਲੋਜੀ ਵਾਲੀਆਂ ਪੋਲੀਟੀਕਲ ਪਾਰਟੀਆਂ ਆਪਸ ਵਿੱਚ ਭਿੜਨਗੀਆਂ ਇਲੈਕਸ਼ਨਾਂ ਹੋਣਗੀਆਂ ਤੇ ਇਹ ਆਲਮੋਸਟ ਆਪਸ ਵਿੱਚ ਕੋਈ ਸਮਝੌਤਾ ਕਿਸੇ ਨੇ ਕਰਾ ਦਿੱਤਾ ਹੈ ਜਾਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਹੋ ਗਿਆ ਕਿ ਅਸੀਂ 2002 ਦੀ ਗੱਲ ਨਹੀਂ ਕਰਾਂਗੇ ਮੁਸਲਮਾਨਾਂ ਦੇ ਕਤਲਾਂ ਦੀ ਗੱਲ ਨਹੀਂ ਕਰਾਂਗੇ ਦੇਸ਼ ਦੇ ਵਿੱਚ ਮਾਈਨੋਰਿਟੀਜ਼ ਦੇ ਖਿਲਾਫ ਜਿਹਾਦ ਜਿਹੜਾ ਸ਼ੁਰੂ ਕੀਤਾ ਹੋਇਆ ਉਸ ਦੀ ਗੱਲ ਨਹੀਂ ਕਰਾਂਗੇ ਅਸੀਂ ਲੋਕਾਂ ਦੇ ਖਾਣ ਪੀਣ ਪਹਿਰਾਵੇ ਦੇ ਉੱਤੇ ਜਿਹੜਾ ਇਹ ਬੰਦਸ਼ਾਂ ਲਾਈਆਂ ਹੋਈਆਂ ਇਹਦੀ ਗੱਲ ਨਹੀਂ ਕਰਾਂਗੇ ਤੇ ਸਰੇਆਮ ਦੇਸ਼ ਨੂੰ ਇੱਕ ਪਾਰਟਿਕੂਲਰ ਧਰਮ ਦੇ ਨਾਲ ਜੋੜ ਕੇ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਕੀਤੀਆਂ ਜਾਣਗੀਆਂ ਪਰ ਇਹ ਗੁਜਰਾਤ ਦੀ ਸਰਜ਼ਮੀਨ ਦੇ ਉੱਤੇ ਡਿਸਕਸ ਨਹੀਂ ਹੋਏਗਾ ਆਸਤਾ ਫਿਰ ਦੇਸ਼ ਵਿੱਚ ਵੀ ਨਹੀਂ ਡਿਸਕਸ ਹੋਏਗਾ ਨਹੀਂ ਅਸੀਂ ਗੱਲ ਕਰਾਂਗੇ ਕੀਤੀ ਹੈ ਅਮਿਤ ਸ਼ਾਹ ਨੇ ਇਹ ਉਹ ਗੱਲ ਕੀਤੀ ਹੈ ਕਿ 2002 ਚ ਅਸੀਂ ਇੱਕ ਕੰਮ ਤਾਂ ਫੈਸਲਾ ਕਰ ਚੁੱਕੇ ਹਾਂ ਪੂਰੀ ਅਮਿਤ ਸ਼ਾਹ ਹੋਰਾਂ ਨੇ ਇਹ ਕਿਹਾ ਕਿ 2002 ਦੇ ਵਿੱਚ ਸਬਕ ਸਿਖਾ ਦਿੱਤਾ ਗਿਆ ਸੀ ਓਨਰਸ਼ਿਪ ਲੈ ਲਈ ਹੈ ਅਸੀਂ ਉਹਨੂੰ ਕਾਊਂਟਰ ਨਹੀਂ ਕਰਾਂਗੇ मतलब ਅਸੀਂ ਸਾਰੇ ਇੱਕੋ ਲਾਈਨ ਚ ਆ ਗਏ ਬਾਕੀ ਸਭ ਨੇ ਫੈਸਲਾ ਕਰ ਲਿਆ ਕਿ ਅਸੀਂ ਇਹਦੇ ਬਾਰੇ ਹੁਣ ਗੱਲ ਨਹੀਂ ਕਰਾਂਗੇ ਹਾਂ ਵੀ ਅਸੀਂ ਇਹਦੇ ਤੇ ਕੋਈ ਕਾਊਂਟਰ ਨਹੀਂ ਕਰਾਂਗੇ ਕੋਈ ਬਿਲਕੀ ਜਵਾਨੋਂ ਦੇ ਕੇਸ ਦੀ ਕਾਊਂਟਰ ਦੀ ਗੱਲ ਨਹੀਂ ਕਰਾਂਗੇ ਕੋਈ ਜਿੰਨਾ ਜਿਹੜੇ 10 ਸਾਲ ਪਹਿਲਾਂ ਮੌਤ ਦਾ ਸੌਦਾਗਰ ਦੀਆਂ ਗੱਲਾਂ ਕਰਦੇ ਸੀ ਹੁਣ ਉਹ ਅਮਿਤ ਸ਼ਾਹ ਦੀ ਸਟੇਟਮੈਂਟ ਦੇ ਉੱਤੇ ਵੀ ਕਮੈਂਟ ਨਹੀਂ ਕਰਾਂਗੇ ਉਹਦੇ ਤੇ ਵੀ ਕਮੈਂਟ ਨਹੀਂ ਕਰਾਂਗੇ ਨਾ ਕੋਈ ਪੋਲੀਟੀਕਲ ਇਸੇ ਕਰਕੇ ਤਾਂ ਕਿਹਾ ਜਾਂਦਾ ਕਿ ਕੰਟਰੀ ਦੇ ਵਿੱਚ ਹੁਣ ਪਾਰਟੀਆਂ ਨੇ ਧੜੇ ਨੇ ਪਰ ਵਿਚਾਰਕ ਤੌਰ ਤੇ ਕੋਈ ਪੋਲੀਟੀਕਲ ਅਪਰੋਚ ਵਾਲੀਆਂ ਕੋਈ ਪਾਰਟੀਆਂ ਨਹੀਂ ਹੈ ਅਲੱਗ-ਅਲੱਗ ਟਾਈਪ ਦੀਆਂ ਇਸੇ ਕਰਕੇ ਤੁਸੀਂ ਬੋਲਣਾ ਛੱਡ ਗਏ ਹੋ ਸਾਰਾ ਜਦੋਂ ਬੋਲਣਾ ਛੱਡ ਜਾਂਦੇ ਹੋ ਤਾਂ ਉਹ ਗੇਮ ਦਾ
ਇੰਟਰਸਟ ਗੇਮ 'ਚ ਕੀ ਰਹਿ ਜਾਊਗਾ ਕਿਸੇ ਦਾ? ਫਿਰ ਤਾਂ ਵੈਸੇ ਨੋਮੀਨੇਟ ਹੋ ਸਕਦੀਆਂ ਨੇ ਸਾਰੀਆਂ ਚੀਜ਼ਾਂ, 2-4 ਤੁਹਾਡੇ ਹੋ ਗਏ, 4 ਤੁਹਾਡੇ ਹੋ ਗਏ, 4 ਵਿਚਾਰਧਾਰਾ ਤੁਹਾਡੇ ਰਹੀ ਹੋ ਗਏ। ਨਹੀਂ, ਇੱਕ ਹੀ ਵਿਚਾਰਧਾਰਾ ਪਾਰਟੀ ਦੀ ਵਿਚਾਰਧਾਰਾ ਨਹੀਂ। ਹੈ, ਔਰ ਜਿਹੜੀਆਂ ਵਿਚਾਰਧਾਰਾ ਨਵੀਆਂ ਹੈ। ਪਾਰਟੀਆਂ ਆਈਆਂ ਨੇ, ਆਪਨੇ ਤਾਂ ਪਹਿਲਾਂ ਇਹ ਤਾਂ ਕਹਿ ਕੇ ਹੀ ਆਈ ਹੈ, ਇਹ ਕਹਿੰਦੇ ਨੇ ਵੀ ਆਈਡੀਓਲੋਜੀਕਲ ਦੌਰ नहीं, ਖਤਮ we are ਹੋ ਗਿਆ। solution based party। ਹਾਂ ਨਹੀਂ, ਪ੍ਰੈਗਮੈਟਿਕ solution ਪਾਰਟੀ, based ਸੋਲੂਸ਼ਨ ਬੇਸਡ ਪਾਰਟੀ, ਵਿਚਾਰਧਾਰਾ ਦੀ ਕੋਈ ਗੱਲ ਨਹੀਂ ਇਸ शुरू ਲੈਵਲ से ਦੀ ਹੈ ਨਾ, ਸ਼ੁਰੂ ਤੋਂ। solution pragmatic party। ਔਰ ਜਿਹੜੀ ਪਾਰਟੀ ਇਹ ਕਹਿੰਦੀ ਆ, ਔਰ ਦੂਜੀ ਗੱਲ, ਇੱਕ ਤਾਂ ਇਸ ਤੇ ਨਹੀਂ ਕੋਈ, ਦੂਸਰਾ ਕਾਰਪੋਰੇਟ ਏਜੰਡੇ ਨੂੰ ਚੈਲੰਜ ਕਰਨ ਵਾਲਾ ਇਕਨੋਮਿਕ ਮਾਡਲ ਨੂੰ ਕੌਣ ਹੈ? ਕੋਈ ਗੱਲ ਨਹੀਂ ਹੋਈ। ਉਹ ਵੀ ਜਿੱਥੇ ਬੇਰੁਜ਼ਗਾਰੀ ਵੱਧ ਰਹੀ ਹੈ, ਜਿੱਥੇ ਗਰੀਬੀ ਵੱਧ ਰਹੀ ਹੈ, ਪਾੜਾ ਜਿਹੜਾ ਗਰੀਬੀ ਅਮੀਰੀ ਦਾ ਵੱਧ ਰਿਹਾ ਹੈ, ਨੈਚੁਰਲ ਲੈਵਲ ਤੇ ਇੱਕ ਐਡਾ ਵੱਡਾ ਬਵੰਡਰ ਹੋ ਰਿਹਾ ਕਲਾਈਮੇਟ ਚੇਂਜ ਦਾ, ਗੁਜਰਾਤ ਵਿੱਚ ਕਲਾਈਮੇਟ ਚੇਂਜ ਦਾ, ਇਹ ਮੁੱਦੇ ਕਿੱਥੇ ਨੇ ਜਿਹੜੇ ਸਰਵਾਈਵਲ ਦੇ ਮੁੱਦੇ ਗੁਜਰਾਤ ਨੇ, ਵਿੱਚ ਜਿਹੜੇ ਕਹਿੰਦੇ ਉਸ ਜਿਹੜਾ ਲੈਵਲ ਦੇ ਹੀਲਿੰਗ ਉੱਤੇ ਈਡੀਅਮ ਹੁੰਦਾ ਨਾ, ਆਪਾਂ ਕਹਿੰਦੇ ਆ ਹਾਊ ਆਰ ਯੂ, ਹੋਰ ਜੀ ਕੀ ਹਾਲ ਚਾਲ ਹੈ, ਉਹ ਮੈਂ ਸੁਣਿਆ ਗੁਜਰਾਤ ਚ ਕਹਿੰਦੇ ਨੇ, ਔਰ ਧੰਦਾ ਪਾਣੀ ਕੈਸਾ ਹੈ। धंधा पानी का ਤੇ ਹੁਣ ਉਹ ਸਾਰੀਆਂ ਪਾਰਟੀਆਂ ਨੇ ਫੈਸਲਾ money ਕਰ तो ਲਿਆ ਹੈ, even ਧੰਦਾ ਪਾਣੀ ਕੈਸਾ ਹੈ ਵਾਲਾ ਹੀ ਫਾਰਮੂਲਾ trading committee ਈਵਨ ਹੈ। ਨਰਿੰਦਰ ਕੋਈ ਮੋਦੀ ਕਚਹਿਰੀ ਗੁਜਰਾਤ ਦੇ ਲਾਇਆ ਨਾ, ਚੀਫ investment ਮਿਨਿਸਟਰ ਜੀ। ਸੀ, ਉਹ ਬੜੇ ਵੱਡੇ ਪੱਧਰ ਤੇ ਗੱਲ ਕਰਦੇ ਰਹੇ, ਇਹ ਜਿਹੜੀ ਫੈਡਰਲਿਜ਼ਮ ਦੀ ਵੀ ਗੱਲ ਕਰਦੇ ਰਹੇ, देखिए, ਖੇਤੀ ਦੇ ਮਾਮਲੇ 'ਚ सारा SP ਕੁਝ जी, ਹੈ। वहाँ ਹੁਣ ਫੈਡਰਲਿਜ਼ਮ ਵੀ investment एक ਕਿੱਥੇ मुद्दा ਹੈ? है। ਰੀਜਨਲ ਪਾਰਟੀਆਂ ਤਾਂ ਕਰਨ, ਉਹ ਵੀ ਛੱਡ ਗਈਆਂ। इन्वेस्टमेंट की कितनी इन्वेस्टमेंट आई, ये मुद्दा एक बन रहा था कि भाई इन्वेस्टमेंट कट हो गई जब से मोदी जी गए। बिल्कुल। तो वो अदानी वाला जो नहीं हुआ, ताइवान वाला, कि भाई महाराष्ट्र हाँ, से हाँ, लेके बिल्कुल, बिल्कुल, यहाँ हाँ। लाए, वही हाँ, मुद्दा बन फैक्ट्री गया। इधर-उधर कितना हाँ, चलेगी, तो ये देवेंद्र गुजरात में फडणवीस चलेगा, बड़ा पंजाब में आपके नजारा मुद्दा ਮੁੱਦਾ ਤਾਂ कितना है? ਪੰਜਾਬ ਚ ਹੈਰੋਇਨ ਦਾ ਮੁੱਦਾ ਬਣ ਰਿਹਾ, ਕਿਤੋਂ 1 ਕਰੋੜ ਦੀ, ਕਿਤੋਂ 2 ਕਰੋੜ ਦੀ, ਜਿਹੜੇ ਹਜ਼ਾਰਾਂ ਕਰੋੜ ਦੀ ਫੜੀ ਗਈ ਆ, ਕਿੰਨੇ ਵਾਰ ਉੱਥੇ ਮੁਦਰਾ, ਉਹ ਏਜੰਡਾ ਕਿਉਂ ਨਹੀਂ ਆ ਉਸ ਯੂ ਵਕਤ? ਡੀਲ ਵਿਦ ਦਿਸ। ਇਸ ਤੋਂ ਬਾਅਦ ਮੈਨੂੰ ਹੁਣ ਲਾਸਟਲੀ ਇਹ ਦੱਸੋ ਵੀ ਕੀ ਬਣੂ ਕਾਂਗਰਸ ਦਾ ਵਾਲਾ, ਕੀ ਕਾਂਗਰਸ ਹੈਜ਼ ਕਾਂਗਰਸ ਲੋਸਟ ਦਾ ਵਿਲ ਟੂ ਗੈਟ ਪਾਵਰ? ਕਿ ਰਾਹੁਲ ਗਾਂਧੀ ਦੇ ਢਿੱਡ ਵਿੱਚ ਇਹ ਅੱਗ ਹੁਣ ਕਦੀ ਨਹੀਂ ਲੱਗੇਗੀ ਕਿ ਮੈਂ ਸੱਤਾ ਤੇ ਕਾਬਜ਼ ਹੋਣਾ, ਤੇ ਕੀ ਕੋਈ ਹੋਰ ਲੀਡਰ ਉਭਰੇਗਾ ਕਿ ਮਲਿਕਾਰਜੁਨ ਖੜਗੇ ਤੋਂ ਤਾਂ ਉਹ ਨਹੀਂ ਬੰਦਾ ਇੰਸਪਾਇਰ ਹੁੰਦਾ नहीं, खड़गे का तो जो अपॉइंटमेंट हुआ है वो तो स्टॉप गैप अरेंजमेंट है, ਅਜੇ ਵੀ? सीधी बात है। 80 ईयर ओल्ड कोई ऐसा कोई उनका जनाधार नहीं है ना। ਸਟਾਪ ਗੈਪ ਅਰੇਂਜमेंट ਕਰਨ ਲਈ ਘਰ 'ਚ ਬੜਾ ਨੁਕਸਾਨ करा लिया। हिंदी क्षेत्र में वो हिंदी भी नहीं बोल पाते उतना, तो वो तो कोई बहुत अच्छी चॉइस नहीं थी। वो तो बेसिकली ये फैमिली अपना मतलब जिसले कंट्रोल मैं रखना छोटे क्वेश्चन चाहती ਤਾਂ है। ਛੱਡ ਰਿਹਾ ਨਾ ਵੀ ਇਹ ਹਾਰदिक पटेल उधर क्यों चला हाँ। ਜਾਂਦਾ है ना, हार्दिक पटेल, अल्पेश ठाकुर सभी चले गए, अल्पेश ठाकुर वगैरह हाँ, उधर क्यों केवल चले मेवानी जाते हैं, बचा, या लीडरशिप ਦਾ बस ਉੱਥੇ मेवानी जीत भी गया। ਔਰ ਕਾਂਗਰਸ ਦਾ ਕੌਣ ਲੀਡਰਸ਼ਿਪ ਦਾ ਕੌਣ ਓਨਰਸ਼ਿਪ ਲੈਂਦਾ ਲੀਡਰਸ਼ਿਪ ਦੀ, ਔਰ ਜਿਸ ਵੇਲੇ ਕੋਈ ਫੈਸਲਾ ਲੈਣਾ ਵੀ ਹੁੰਦਾ ਉਹ कोई ਕੀ ਨਾ क्लियर ਸੀ, ਉਹ स्ट्रेटजी industrialist है नहीं, लीडरशिप क्राइसिस ਜਿਹੜਾ है। ਇੰਡਸਟਰੀਅਲਿਸਟ ਮਿਲਣਾ ਚਾਹੁੰਦਾ ਸੀਗਾ ਰਾਹੁਲ ਗਾਂਧੀ ਨੂੰ, ਬੜਾ ਜ਼ੋਰ ਲਾ ਰਹੇ ਸੀ ਨਰੇਸ਼ ਪਟੇਲ हाँ। ਕਰਕੇ, ਤੇ ਉਹ ਇਹ ਤਾਂ ਸੋਚਦੇ ਰਹਿ ਗਏ ਤੇ अभी भी ਸਭ ਜਾ ਕੇ ਮਿਲੇ अंबिका ਤੇ ਉਹ सोनी हार्दिक बैठती पटेल हैं ने उधर सोनिया लगा। गांधी के साथ, आपने फोटो देखा होगा, अब अंबिका सोनी बैठती है साथ बैठी में, हुई थी रूपलेस right side। वंडर्स। तो आप समझ सकते हैं कि भाई कांग्रेस की जो जब तक सोनिया गांधी हैं तो वही तो ओल्ड एस्टैब्लिशमेंट चल रहा है। 2022 ਦਾ ਦਸੰਬਰ, ਹੁਣ 2023 ਚੜਨਾ, ਤੇਲੰਗਾਨਾ, ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ, ਜਿੰਨੀ ਕੋ ਦੂਰਬੀਨ ਲਾ ਕੇ ਤੁਸੀਂ ਦੇਖ ਸਕਦੇ ਹੋ ਦੱਸਣਾ। ਮੈਨੂੰ ਬਗੈਰ ਦੂਰਬੀਨ ਤੋਂ ਇਹ ਦਿਖਾਈ ਦੇ ਰਿਹਾ ਵੀ ਗੱਲ ਬਣਦੀ ਬਹੁਤੀ ਦਿਖਾਈ ਨਹੀਂ ਦੇ ਰਹੀ। ਛੱਤੀਸਗੜ੍ਹ ਤੇ ਭਾਵੇਂ ਹੋ ਜਵੇ, ਵਰਨਾ 2024 ਚ ਜਿਸ ਵੇਲੇ ਰਾਹੁਲ ਗਾਂਧੀ ਨੇ ਵੱਡਾ ਦੰਗਲ ਲੜਨਾ ਹੈ ਨਰਿੰਦਰ ਮੋਦੀ ਨਾਲ, ਤੇ ਮੇ ਵੀ ਸਿਰਫ ਸ਼ਿਮਲਾ ਦੀਆਂ ਪਹਾੜੀਆਂ ਹੀ ਹੋਣਗੀਆਂ, बस वही ਠੰਡਾ रहेगी। ਗੁੱਲਾ हाँ, ਲੈਣ वो ਨੂੰ। ज्यादा से ज्यादा छत्तीसगढ़ में कुछ हो सकता है। छत्तीसगढ़ दे ये विच। तो राजस्थान की स्थिति तो इतनी खराब है, आपने देखा हाँ। जो गहलोत ने क्या स्टेटमेंट दिया इनके बारे में, तो ਇਹ पायलट के बारे में ਤੁਸੀਂ एनडीटीवी पे। ਜਿਸ ਟੋਨ ਚ ਤੁਸੀਂ ਗੱਲ ਕਰ ਰਹੇ ਹੋ, ਫਿਰ ਤੇ ਮੈਂ ਹਮੀਰ ਜੀ ਤੋਂ ਹੀ ਪੁੱਛਣਾ ਵੀ ਹਮੀਰ ਜੀ ਫਿਰ 2024 ਦਾ ਫੈਸਲਾ ਹੋ ਗਿਆ ਹਿਮਾਚਲ ਤੇ ਨਹੀਂ, ਗੁਜਰਾਤ ਵਿੱਚ? ਮੈਨੂੰ ਲੱਗਦਾ ਕਿ ਅਜੇ ਟਾਈਮ, ਸਵਾਲ ਕੱਲੀ ਕਾਂਗਰਸ ਨਹੀਂ ਹੈ, ਬਹੁਤ ਸਾਰੇ ਰੀਜਨਲ ਗਰੁੱਪ ਨੇ ਜਿਨ੍ਹਾਂ ਨੇ ਕਿਹਾ 40% ਵੋਟ ਲੈ ਕੇ ਬੈਠੇ हाँ, ਨੇ। देख लीजिए आप फिर। ਇਹਦੇ ਤੋਂ ਬਿਨਾਂ ਵੀ ਹੈ ਨਾ, तो मिले तब ਔਰ नहीं है। ਕੀ ਕੋਈ ਐਸਾ ਨਹੀਂ, ਉਹ effort- 40% ਵੋਟ ਲੈ ਕੇ ਬੈਠੇ ਨੇ, ਨਾਲ ਉਹ ਕਹਿੰਦੇ ਨੇ ਰਜਿਸਟਰ 2 ਨੇ, ਵੱਡੇ ਵਾਲੇ ਰਜਿਸਟਰ ਚ ਉੱਪਰ ਮੋਦੀ ਜੀ ਨੂੰ ਵੋਟ ਚਲੀ ਜਾਂਦੀ ਨਹੀਂ, ਵੀ ਤਾਂ ਉਹ problem ਹੈ। ਪਾਰਲੀਮੈਂਟ ਸੀਟਾਂ ਮਿਲ ਜਾਂਦੇ ਨੇ, ਜੇ ਡੀਐਮਕੇ 39 ਸੀਟਾਂ ਲਿਜਾਂਦੀ ਹੈ ਉੱਥੋਂ, ਤੇ ਜੇਕਰ ਤੁਸੀਂ ਵੀ- ਟੀਐਮਸੀ ਵੀ ਹਾਂ। ਸੀਟਾਂ ਲਿਜਾਂਦੀ ਹੈ ਉੱਥੋਂ, ਵੱਡੀਆਂ ਸੀਟਾਂ ਵਾਲੇ ਨੇ, ਮੇਜਰ ਪਾਰਟੀ ਆ ਉਹ ਕਾਂਗਰਸ। हाँ, एक चीज में कहना चाहूंगा, ਐਸੀ ਗੱਲ ਨਹੀਂ हाँ, ਹੈ, ਕਲੀਅਰ ਕੱਟ ਏਜੰਡਾ ਜੇਕਰ ਨਾ ਹੋਇਆ, ਜੇਕਰ ਫੈਡਰਲ ਸਟਰਕਚਰ ਜਿਹੜਾ ਬੀਜੇਪੀ ਸੈਂਟਰਲਾਈਜੇਸ਼ਨ ਦੋ ਕਰ ਰਹੀ ਹੈ ਬਾਤਾਂ। ਹਿੰਦੂਤਵ ਦੇ ਮੁਕਾਬਲੇ, ਦੂਸਰਾ ਜਿਹੜਾ ਏਜੰਡਾ ਇੰਨੇ ਲੋਕ ਜਾਣਦੇ ਨੇ, ਕੋਈ ਏਜੰਡੇ ਦਾ ਬਖਰੇਵਾ ਤਾਂ ਹੋਵੇ ਨਾ, ਦੋ ਟੀਮਾਂ ਲੜਦੀਆਂ, ਫਿਕਸ ਮੈਚ ਨਾ ਲੱਗੇ ਲੋਕਾਂ दो ਨੂੰ। बातें। ਜਦੋਂ ਲੜਦੀਆਂ ਦਿਖਾਈ ਦੇਣਗੀਆਂ ਫਿਰ देखिए, ਸ਼ਾयਦ ਉਸ ਲੈਵਲ ਦਾ ਕੋਈ ਫਰਕ देखिए, ਹੋਵੇ। SP I mean, जी, basically saying Congress is SP not जी, fighting, हाँ। एक जमाने में जब बीजेपी किसी राज्य में नहीं होती थी तो नंबर 3 पार्टी, नंबर 4 पार्टी के नाते वो कोलिशन करती थी। इसी तरह से वो कर्नाटक में आए, इसी तरह से वो उड़ीसा में आए, इसी तरह से बंगाल में आए, ममता के साथ भी कोलिशन किया। आज की स्थिति क्या है? आज बीजेपी नंबर 1 पार्टी है या नंबर 2 पार्टी है, तो अब कोलिशनेबल नहीं है।
अब क्षेत्रीय पार्टी उसके साथ क्यों जाएगी? वो तो अच्छा इनका इतिहास भी रहा है, ऊंट वाली चीज है कि जहां ये घुसे हैं वो जिसके साथ पार्टनरशिप थी जेडीएस अब कहीं नहीं है। दूसरी बात वो ਤੁਸੀਂ ਦੱਸਿਆ ਇਹ ਵੀ ਸਾਰੇ ਕਾਂਗਰਸ ਦੇ ਬੰਦੇ ਲੈ ਕੇ एक और बात ਦੇ ਕੇ ਜਿਤਾ ਦਿੱਤੇ कांग्रेस तो दिया ना, तो फिगर देख लीजिए। अच्छा दूसरी बात, कांग्रेस तो छोड़िए, क्षेत्रीय दलों को भी ਕਿਸੇ ਜ਼ਮਾਨੇ ਚ ਕਾਂਗਰਸ ਲੈਂਦੀ ਹੁੰਦੀ ਸੀ ਨਾ, ਕਾਂਗਰਸ ਨੇ ਆਰਐਸਐਸ ਤੋਂ ਸ਼ੰਕਰ सिन्हा ਵਗੇਲਾ ਚੁਣਿਆ ਤੇ ਕਾਂਗਰਸ ਦਾ ਪ੍ਰਧਾਨ ਬਣਾਤਾ ਸੀ। अच्छा दूसरी बात कि बीजेपी अब जेनरस भी नहीं है, पहले वो मिनिस्ट्री दे देते थे, कॉमर्स मिनिस्ट्री दे दिया, लद के ज़माने, अब तो कुछ मिलना नहीं है, मिनिस्टर ऑफ स्टेट बन जाओ, वो कौन है वो जो अपना दल थी तुर्मी लीडर है कौन, पटेल, वो इस मिनिस्टर ऑफ स्टेट बना दिया, अनुप्रिया पटेल। हाँ, तो वो छोटे छोटे पोस्ट आपको दे देंगे। मोदी जी आपको कोई की पोजीशन नहीं देने वाले, तो फिर क्षेत्रीय दल क्यों आए, है ना? आप समझ रहे हैं मेरी बात? मैं समझ गया। एक बीजेपी है बाकी सब पसमंदा है। ਜੇ ਉਹ ਥੋੜਾ ਥੋੜੀ ਸੱਤਾ ਲੈਣਾ ਚਾਹੁੰਦੇ ਨੇ ਤਾਂ ਮਿਲ ਕੇ ਹੀ ਮਿਲਣੀ, ਜੇ ਸੱਤਾ ਹੀ ਕੱਲੀ ਵੀ ਲੈਣਾ ਚਾਹੁੰਦੇ ਨੇ ਤਾਂ ਵੀ ਮਿਲ ਕੇ ਹੀ ਮਿਲਣੀ, ਹਾਂ ਨਹੀਂ ਤਾਂ ਉਹਦੇ ਤੋਂ ਬਿਨਾਂ ਵੀ ਨਹੀਂ ਮਿਲਣੀ ਨਾ। ਜੇਕਰ ਕੋਈ ਬਹੁਤ ਜ਼ਿਆਦਾ ਦੇਸ਼ ਦਾ ਮਿਲ ਕੇ ਮਿਲਣੀ ਹੈ ਜਾਂ ਮਿਲ ਕੇ ਮਿਲਣੀ ਹੈ ਜਾਂ ਬੈਗ ਕਰਕੇ ਮਿਲਣੀ ਹੈ, ਮੰਗ ਕੇ ਮਿਲਣੀ ਹੈ, ਬਿਲਕੁਲ। ਬਸ ਕਰਨ ਵਾਲੀਆਂ ਗੱਲਾਂ ਤੇ ਫਿਰ ਇੰਨੀਆਂ ਹੀ ਰਹਿ ਗਈਆਂ ਨੇ ਕਿ ਅਮਿਤ ਸ਼ਾਹ ਹੋਰਾਂ ਨੇ ਜਿਹੜੀ ਇੱਕ ਬਹਿਸ ਖਤਮ ਕੀਤੀ ਹੈ ਗੁਜਰਾਤ ਦੇ ਦੰਗਿਆਂ ਬਾਰੇ 2002 ਬਾਰੇ, ਉਹਨਾਂ ਨੇ ਕਿਹਾ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਨੇ ਸਬਕ ਸਿਖਾ ਦਿੱਤਾ ਹੈ ਤੇ ਉਸ ਤੋਂ ਬਾਅਦ ਦੇਸ਼ ਦੇ ਵਿੱਚ ਸ਼ਾਂਤੀ ਹੋ ਗਈ ਹੈ। और शांति तो हुई है, अब दंगे तो बंद हो गए, ये तो मामला है। नहीं दंगे बहुत होते थे, बंदे वन साइडेड हो गए, ਹੁਣ ਕਤਲੇਆਮ ਹੁੰਦਾ ਜਿਵੇਂ ਦਿੱਲੀ 'ਚ ਹੋ ਗਿਆ, ਕਿਤੇ ਵੀ ਹੋ ਗਿਆ, ਦੰਗਾ ਨਹੀਂ ਹੁੰਦਾ ਤੇ ਦੂਜੀ ਜਗ੍ਹਾ ਤੇ ਕੁਝ ਹੁੰਦਾ। ਹੁਣ ਇੰਦੌਰ ਦੇ ਵਿੱਚ, ਕਿਉਂਕਿ ਤੁਸੀਂ ਕਾਨੂੰਨ ਦੇ ਬਹੁਤ ਪੜ੍ਹਦੇ ਹੋ, ਇੰਦੌਰ ਦੇ ਵਿੱਚ ਸਰਕਾਰੀ ਲਾਅ ਕਾਲਜ ਹੈ, ਨਿਊ ਗਵਰਨਮੈਂਟ ਲਾਅ ਕਾਲਜ ਹੈ, ਉੱਥੇ ਲਾਇਬ੍ਰੇਰੀ ਦੇ ਵਿੱਚ ਇੱਕ ਕਿਤਾਬ ਪਈ ਹੈ ਫਰਹਤ ਖਾਨ ਦੀ, ਕਲੈਕਟਿਵ ਵਾਇਲੈਂਸ ਐਂਡ ਕ੍ਰਿਮੀਨਲ ਜਸਟਿਸ ਡਿਲੀਵਰੀ, ਕ੍ਰਿਮੀਨਲ ਜਸਟਿਸ ਸਿਸਟਮ ਉੱਤੇ। ਉੱਥੇ ABVP ਦਾ ਯੂਨਿਟ ਹੈ ਤੇ ਉਹਨਾਂ ਨੇ ਕਿਹਾ ਇਹ ਕਿਤਾਬ ਲਾਇਬ੍ਰੇਰੀ 'ਚ ਪਈ ਹੈ ਤੇ ਇਹਦੇ ਵਿੱਚ ਤੇ RSS ਦਾ ਤੇ VHP ਦਾ ਤੇ ਦੁਰਗਾ ਵਾਹਿਨੀ ਦਾ ਕ੍ਰਿਟਿਸਿਜ਼ਮ ਹੈ, ਇਹ ਕਿਤਾਬ ਇੱਥੇ ਕਿੱਦਾਂ ਹੋ ਸਕਦੀ ਹੈ? ਤੇ ਉਹਨਾਂ ਨੇ ਉੱਥੇ ਜਿਹਾਦ ਖੜਾ ਕਰ ਦਿੱਤਾ। ਪ੍ਰਿੰਸੀਪਲ ਉਹਨਾਂ ਨੇ ਕਿਹਾ ਮੁਸਲਮਾਨ ਹੈ, ਇਸੇ ਕਰਕੇ ਇਹੋ ਜਿਹੀਆਂ ਕਿਤਾਬਾਂ ਪਈਆਂ ਨੇ। ਪ੍ਰਿੰਸੀਪਲ ਸਾਹਿਬ ਰਿਜ਼ਾਈਨ ਕਰ ਗਏ ਨੇ, ਕਿਤਾਬ ਦਾ ਲੇਖਕ ਜਿਹੜਾ ਉਹ ਅਰੈਸਟ ਕਰ ਲਿਆ ਗਿਆ, ਫਰਹਤ ਖਾਨ ਐਕੈਡਮਿਕ ਹੈ, ਉਹ ਅਰੈਸਟ ਕਰ ਲਿਆ ਗਿਆ ਤੇ 25 ਉੱਥੇ ਟੋਟਲ ਟੀਚਰ ਨੇ ਤੇ 4 ਉਹਨਾਂ 'ਚੋਂ ਮੁਸਲਿਮ ਨੇ ਤੇ ABVP ਨੇ ਫੈਸਲਾ ਕੀਤਾ ਕਿ ਇਹ ਜ਼ਿਆਦਾ ਨੇ ਬਿਲਕੁਲ, ਤੇ ਉਹਨਾਂ ਸਾਰਿਆਂ ਨੂੰ ਕਿਹਾ ਗਿਆ ਵੀ ਤੁਸੀਂ ਅਜੇ ਆਪਣੀ ਪੜ੍ਹਾਈ ਲਿਖਾਈ ਬੰਦ ਕਰ ਦਿਓ ਤੇ ਨਾਲੇ ਉਹਨਾਂ ਨੇ ਕਿਹਾ ਮੁਸਲਿਮ ਟੀਚਰ ਇੱਥੇ ਤਾਂ ਹੀ ਲਾਏ ਹੋਣਗੇ ਕੋਈ ਲਵ ਜਿਹਾਦ ਦਾ ਇਰਾਦਾ ਹੋਵੇਗਾ। ਪ੍ਰਿੰਸੀਪਲ ਵਿਚਾਰਾ ਇਹ ਕਹਿੰਦਾ ਥੱਕ ਗਿਆ ਕਿ ਭਾਈ ਕਿਤਾਬ ਹਿੰਦੂ ਪ੍ਰਿੰਸੀਪਲ ਨੇ ਮੰਗਵਾਈ ਸੀ, ਜਿਹੜਾ ਮੇਰੇ ਤੋਂ ਪਹਿਲਾਂ ਸੀ, ਰਿਕਮੈਂਡ 3 ਅਕੈਡਮਿਕਸ ਨੇ ਕੀਤਾ ਸੀ, ਉਹ ਤਿੰਨੇ ਹਿੰਦੂ ਸੀ, ਉਹ ਪਰ ਕੌਣ ਆਣ ਦਿੰਦਾ ਜੀ ਇਹੋ ਜਿਹੇ ਕਾਲਜ ਦੇ ਵਿੱਚ ਹੁਣ ਇਹਨਾਂ ਨੂੰ। ਤੇ ਸੈਂਟਰ ਨੇ ਮੌਲਾਨਾ ਆਜ਼ਾਦ ਨੈਸ਼ਨਲ ਫੈਲੋਸ਼ਿਪ ਇੱਕ ਮਾਈਨੋਰਿਟੀਜ਼ ਨੂੰ ਮਿਲਦੀ ਸੀ, ਮੁਸਲਮਾਨਾਂ ਨੂੰ, ਸਿੱਖਾਂ ਨੂੰ, ਜੈਨਸ ਨੂੰ, ਪਾਰਸੀਜ਼ ਨੂੰ, ਉਹ ਸੈਂਟਰ ਨੇ ਬੰਦ ਕਰ ਦਿੱਤੀ ਹੈ ਇਸ ਵੇਲੇ ਕਿ ਇਹੋ ਜਿਹੀਆਂ ਚੀਜ਼ਾਂ ਦੀ ਕੋਈ ਲੋੜ ਨਹੀਂ ਹੈ। ਦੇਸ਼ ਆਹਿਸਤਾ ਆਹਿਸਤਾ ਬਦਲ ਰਿਹਾ, ਗੁਜਰਾਤ ਇਹ ਸਿਖਾ ਰਿਹਾ ਤੇ ਜਿੰਨਾ ਕੋ ਹਿਮਾਚਲ ਕੋਈ ਵੱਖਰਾ ਸ਼ੀਸ਼ਾ ਸਾਨੂੰ ਪੇਸ਼ ਕਰ ਰਿਹਾ ਉਹਦੇ ਵਿੱਚੋਂ ਇੰਨੀ ਆਸ ਅਜੇ ਨਹੀਂ ਨਿਭਦੀ। ਜੇ ਭਾਰਤ ਜੋੜਨ ਜਿਹੜਾ ਰਾਜਕੁਮਾਰ ਤੁਰਿਆ ਹੋਇਆ ਹੈ, ਜੇ ਸੱਤਾ ਵਾਲੇ ਪਾਸੇ ਨੂੰ ਉਸਨੇ ਨਹੀਂ ਮੁੜਨਾ ਤਾਂ ਫਿਰ ਇੱਥੇ ਦੇਸ਼ ਦੇ ਲੋਕਾਂ ਨੂੰ ਹੀ ਉਹ ਸਵਾਲ ਪੁੱਛਣੇ ਪੈਣਗੇ ਜਿਹੜੇ ਪੁੱਛਣ ਤੋਂ ਬਾਕੀ ਦੇ ਭਗੌੜੇ ਹੋ ਗਏ ਨੇ ਤੇ 2002 ਦੇ ਉਸ ਘਟਨਾਕ੍ਰਮ ਨੂੰ ਹੁਣ ਰਾਸ਼ਟਰੀ ਪ੍ਰਵਾਨਗੀ ਮਿਲ ਗਈ ਹੈ। ਜਿਨ੍ਹਾਂ ਨੂੰ ਰਾਸ਼ਟਰੀ ਪਾਰਟੀ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਉਹਨਾਂ ਨੇ ਵੀ ਇਹਦੇ ਬਾਰੇ ਮੂੰਹ ਬੰਦ ਕਰ ਲਏ ਨੇ, ਤਾਂ ਅਸੀਂ ਹੀ ਆਪਣੇ ਮੂੰਹ ਖੋਲ੍ਹ ਲਈਏ ਜਦੋਂ ਤੱਕ ਖੋਲ੍ਹ ਸਕਦੇ ਹਾਂ, ਵਰਨਾ ਆਹਿਸਤਾ ਆਹਿਸਤਾ ਦੇਸ਼ ਬਦਲ ਰਿਹਾ।